ਮੈਂ ਅਨਿਕਾ ਮਾਲਕ ਇੱਕ ਚੰਗੇ ਘਰਾਣੇ ਵਿੱਚ ਪੈਦਾ ਹੋਈ ਸੀ। ਅਸੀਂ 2 ਭੈਣ ਭਰਾ ਸੀ। ਮੇਰੇ ਪਿਤਾ ਜੀ ਸਾਲ ਦੇ 12 ਮਹੀਨਿਆਂ ਵਿੱਚੋਂ ਸਿਰਫ 1 ਮਹੀਨਾ ਹੀ ਘਰ ਰਹਿੰਦੇ ਸਨ। ਬਾਕੀ ਪਾਪਾ ਲਈ ਉਹਨਾਂ ਦਾ ਕਾਰੋਬਾਰ ਹੀ ਸਭ ਕੁਝ ਸੀ ਅਤੇ ਅਸੀਂ ਦੋਨੇ ਭੈਣ ਭਰਾ ਉਹਨਾਂ ਦੀ ਉਡੀਕ ਕਰਦੇ ਹੀ ਵੱਡੇ ਹੋਏ। ਪਾਪਾ ਨੂੰ ਪਤਾ ਨਹੀਂ ਘਰ ਤੋਂ ਦੂਰ ਰਹਿ ਕੇ ਕੀ ਮਜ਼ਾ ਆਉਂਦਾ ਸੀ, ਕਿ ਉਹਨਾਂ ਨੂੰ ਖਿਆਲ ਹੀ ਨਹੀਂ ਆਉਂਦਾ ਸੀ ਕਿ ਉਹਨਾਂ ਦੇ ਪਿੱਛੇ 2 ਬੱਚੇ ਅਤੇ ਇੱਕ ਜਵਾਨ ਪਤਨੀ ਹੈ। ਪਾਪਾ ਜਦੋਂ ਵੀ ਜਾਂਦੇ ਤਾਂ ਘਰ ਦਾ ਰਸਤਾ ਭੁੱਲ ਜਾਂਦੇ, ਕਿਉਂਕਿ ਉਹ ਮੇਰੀ ਮਾਂ ਨੂੰ ਪਸੰਦ ਨਹੀਂ ਕਰਦੇ ਸਨ। ਪਰ ਦਾਦਾ ਦਾਦੀ ਨੇ ਉਹਨਾਂ ਦਾ ਵਿਆਹ ਮੇਰੀ ਮਾਂ ਨਾਲ ਜ਼ਬਰਦਸਤੀ ਕਰਵਾਇਆ। ਮੇਰੀ ਮਾਂ ਪੜ੍ਹੀ ਲਿਖੀ ਤੇ ਸੋਹਣੀ ਔਰਤ ਸੀ, ਪਰ ਉਹ ਚਾਹੁੰਦੀ ਹੋਈ ਵੀ ਮੇਰੇ ਪਿਤਾ ਜੀ ਦੇ ਦਿਲ ਵਿੱਚ ਥਾਂ ਨਹੀਂ ਬਣਾ ਸਕੀ। ਵਿਆਹ ਦੇ ਤੀਜੇ ਦਿਨ ਹੀ ਪਿਤਾ ਜੀ ਵਪਾਰਕ ਯਾਤਰਾ ਲਈ ਵੱਖ-ਵੱਖ ਦੇਸ਼ਾਂ ਵਿੱਚ ਚਲੇ ਗਏ ਸਨ ਅਤੇ ਜਦੋਂ ਉਹ ਵਾਪਸ ਆਏ ਤਾਂ ਮੈਂ 3 ਮਹੀਨਿਆਂ ਦੀ ਸੀ। ਪਰ ਪਿਤਾ ਜੀ ਮੈਨੂੰ ਦੇਖ ਕੇ ਖੁਸ਼ ਨਹੀਂ ਸਨ। ਉਹ ਹਰ ਉਹ ਚੀਜ਼ ਤੋਂ ਭੱਜਦੇ ਸੀ ਜੋ ਮੇਰੀ ਮਾਂ ਦੀ ਯਾਦ ਨਾਲ ਜੁੜੀ ਹੋਈ ਹੁੰਦੀ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਮਾਂ ਨੇ ਅਜਿਹਾ ਕੀ ਕੀਤਾ ਸੀ ਜਿਸ ਤੋਂ ਮੇਰੇ ਪਿਤਾ ਜੀ ਨਫ਼ਰਤ ਕਰਦੇ ਸੀ। ਪਾਪਾ ਆਏ ਅਤੇ 2 ਮਹੀਨੇ ਰਹਿ ਕੇ ਵਾਪਸ ਚਲੇ ਗਏ ਅਤੇ ਫਿਰ ਮਾਤਾ ਪਿਤਾ ਅਤੇ ਜਵਾਨ ਬੀਬੀ ਪਿੱਛੇ ਰਹਿ ਗਏ ਅਤੇ ਜਦੋਂ ਉਹ ਦੁਬਾਰਾ ਵਾਪਸ ਆਏ ਤਾਂ ਮੇਰੀ ਮਾਂ ਦੀ ਗੋਦ ਵਿੱਚ ਮੇਰਾ ਭਰਾ ਸੁਫਿਆਨ ਸੀ, ਜੋ 1.5 ਸਾਲ ਦਾ ਸੀ। ਜਾਣੀ ਉਹ 2.5 ਸਾਲ ਬਾਅਦ ਵਾਪਸ ਆਏ ਸੀ। ਦਾਦੀ ਸਹੁੰ ਖਾਂਦੀ ਸੀ ਕਿ ਮੇਰਾ ਪੁੱਤਰ ਬਹੁਤ ਆਗਿਆਕਾਰੀ ਹੈ, ਉਹਨਾਂ ਨੂੰ ਦੱਸੇ ਬਿਨਾਂ ਕੋਈ ਵੀ ਫੈਸਲਾ ਨਹੀਂ ਲਵੇਗਾ। ਪਰ ਮੇਰੀ ਮਾਂ ਕਹਿੰਦੀ ਸੀ ਕਿ ਉਹਨੇ ਕੋਈ ਹੋਰ ਘਰ ਜ਼ਰੂਰ ਵਸਾ ਰੱਖਿਆ ਹੋਵੇਗਾ, ਨਹੀਂ ਤਾਂ ਸਾਲਾਂ ਬੱਧੀ ਘਰਵਾਲੀ ਤੇ ਬੱਚਿਆਂ ਤੋਂ ਕੌਣ ਦੂਰ ਰਹਿੰਦਾ ਹੈ। ਦਾਦਾ ਦਾਦੀ ਨੂੰ ਅਫਸੋਸ ਸੀ ਕਿ ਉਸਨੇ ਮੇਰੀ ਮਾਂ ਦਾ ਵਿਆਹ ਜ਼ਬਰਦਸਤੀ ਕਰਵਾਇਆ ਸੀ। ਮਾਂ ਦੀ ਹਾਲਤ ਦੇਖ ਕੇ ਦਾਦਾ ਜੀ ਕੁੜਦੇ ਰਹਿੰਦੇ ਸਨ ਅਤੇ ਕਈ ਵਾਰ ਉਹ ਹੱਥ ਜੋੜ ਕੇ ਮਾਂ ਤੋਂ ਮਾਫੀ ਵੀ ਮੰਗਦੇ ਸਨ ਅਤੇ ਉਹ ਕਹਿੰਦੇ ਸਨ ਕਿ ਪੁੱਤਰ, ਰੱਬ ਤਾਂ ਭੁੱਲ ਜਾਂਦਾ ਪਰ ਲੋਕ ਨਹੀਂ ਭੁੱਲਦੇ। ਰੱਬ ਨੇ ਤੇਰੇ ਗੁਨਾਹ ਮਾਫ ਕਰ ਦਿੱਤੇ ਹੋਣਗੇ, ਪਰ ਮੇਰਾ ਪੁੱਤਰ ਰੱਬ ਜਿੰਨਾ ਮਹਾਨ ਨਹੀਂ, ਉਹ ਨਹੀਂ ਭੁੱਲੇਗਾ। ਮਾਂ ਦੇ ਕਿਹੜੇ ਗੁਨਾਹ ਸਨ ਜੋ ਪਿਤਾ ਜੀ ਉਹਨਾਂ ਤੋਂ ਇੰਨੀ ਨਫ਼ਰਤ ਕਰਦੇ ਸੀ ਅਤੇ ਸਾਲਾਂ ਤੱਕ ਉਸ ਨੂੰ ਆਪਣੀ ਸ਼ਕਲ ਵੀ ਨਹੀਂ ਦਿਖਾਉਂਦੇ ਸੀ। ਦਾਦਾ ਜੀ ਮੇਰੀ ਮਾਂ ਦੀ ਇਹ ਹਾਲਤ ਦੇਖ ਕੇ ਰੋਂਦੇ ਰੋਂਦੇ ਇਸ ਦੁਨੀਆ ਤੋਂ ਚਲੇ ਗਏ ਤੇ ਅਫਸੋਸ ਹੈ ਕਿ ਪਿਤਾ ਜੀ ਦਾਦਾ ਜੀ ਨੂੰ ਆਖਰੀ ਵਾਰ ਮਿਲਣ ਵੀ ਨਾ ਆ ਸਕੇ। ਜਦੋਂ ਤੱਕ ਪਿਤਾ ਜੀ ਪਹੁੰਚੇ ਉਦੋਂ ਨੂੰ ਤਾਂ ਦਾਦਾ ਜੀ ਦਾ ਸੰਸਕਾਰ ਕਰ ਦਿੱਤਾ ਗਿਆ ਸੀ। ਮੈਂ ਉਸ ਸਮੇਂ 7 ਸਾਲ ਦੀ ਸੀ, ਪਰ ਦਾਦਾ ਜੀ ਮੈਨੂੰ ਬਹੁਤ ਪਿਆਰ ਕਰਦੇ ਸਨ। ਮੈਨੂੰ ਉਹਨਾਂ ਦੇ ਜਾਣ ਦਾ ਬਹੁਤ ਦੁੱਖ ਸੀ। ਮੈਂ ਕਦੇ ਪਿਤਾ ਦਾ ਪਿਆਰ ਨਹੀਂ ਦੇਖਿਆ ਸੀ, ਪਰ ਜੋ ਵਿਅਕਤੀ ਮੈਨੂੰ ਅਤੇ ਸੁਫਿਆਨ ਨੂੰ ਮੇਰੇ ਪਿਤਾ ਨਾਲੋਂ ਵੱਧ ਪਿਆਰ ਕਰਦਾ ਸੀ ਉਹ ਸਾਡੇ ਦਾਦਾ ਜੀ ਸਨ। ਦਾਦਾ ਜੀ ਦੇ ਮਰਨ ਤੋਂ ਬਾਅਦ ਇੰਜ ਲੱਗਦਾ ਸੀ ਜਿਵੇਂ ਅਸੀਂ ਅਨਾਥ ਹੋ ਗਏ ਹਾਂ। ਦਾਦੀ ਨੇ ਵੀ ਮੇਰੇ ਪਿਤਾ ਜੀ ਤੋਂ ਮੂੰਹ ਮੋੜ ਲਿਆ ਸੀ। ਦਾਦੀ ਨੇ ਕਿਹਾ ਕਿ ਅਜੇ ਇਕਲੌਤੇ ਪੁੱਤਰ ਦਾ ਕੀ ਫਾਇਦਾ ਜੋ ਆਪਣੇ ਪਿਤਾ ਨੂੰ ਕੰਧਾ ਵੀ ਨਾ ਦੇ ਸਕਿਆ। ਪਾਪਾ ਰੋ ਰਹੇ ਸਨ ਅਤੇ ਫਿਰ ਆਪਣੇ ਅੰਦਰ ਦੇ ਸਾਰੇ ਦੁੱਖਾਂ ਨੂੰ ਗੁੱਸੇ ਵਿੱਚ ਬਦਲ ਕੇ ਮੇਰੀ ਮਾਂ ਨੂੰ ਕਹਿ ਰਹੇ ਸੀ ਕਿ ਦਾਦਾ ਦਾਦੀ ਉਸ ਨੂੰ ਸਿਰਫ ਉਸ ਕਾਰਨ ਹੀ ਨਫ਼ਰਤ ਕਰਦੇ ਹਨ ਅਤੇ ਮੇਰੀ ਮਾਂ ਦਾ ਵੀ ਕੀ ਕਸੂਰ ਸੀ। ਉਹ ਪੜ੍ਹੀ ਲਿਖੀ ਔਰਤ, ਭੌਤਿਕ ਵਿਗਿਆਨ ਵਿੱਚ ਸੋਨ ਤਮਗਾ ਜੇਤੂ, ਜਿਸ ਨੇ ਮੇਰੇ ਪਿਤਾ ਜੀ ਨਾਲ ਆਪਣੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ। ਦਾਦਾ ਜੀ ਦੀ 13ਵੀਂ ਹੋਣ ਤੋਂ ਬਾਅਦ ਪਿਤਾ ਜੀ ਸਾਨੂੰ ਫਿਰ ਛੱਡ ਕੇ ਚਲੇ ਗਏ ਸੀ। ਪਾਪਾ ਜੀ ਪੈਸੇ ਭੇਜਦੇ ਸਨ, ਪਰ ਪਿਆਰ ਕਿਸ ਨੂੰ ਭੇਜਦੇ ਸਨ ਇਹ ਨਹੀਂ ਪਤਾ ਸੀ। ਪਿਤਾ ਜੀ ਦਾ ਪਿਆਰ ਕੀ ਚੀਜ਼ ਹੁੰਦੀ ਹੈ ਮੈਂ ਅਤੇ ਸੋਫੀਆ ਨਹੀਂ ਜਾਣ ਸਕੇ ਸੀ, ਪਰ ਫਿਰ ਵੀ ਪਾਪਾ ਦੇ ਆਉਣ ਦਾ ਇੰਤਜ਼ਾਰ ਕਰਦੇ ਰਹਿੰਦੇ ਸੀ ਅਤੇ ਇੱਕ ਦਿਨ ਪਾਪਾ ਘਰ ਪਰਤ ਆਏ। ਪਰ ਇਸ ਵਾਰ ਉਹ ਇਕੱਲੇ ਨਹੀਂ ਸੀ, ਉਹਨਾਂ ਦੇ ਨਾਲ ਇੱਕ ਲੰਮੀ ਗੋਰੀ ਅਤੇ ਇੱਕ ਮਾਡਰਨ ਕੁੜੀ ਵੀ ਸੀ ਜਿਸ ਨੇ ਬਹੁਤ ਹੀ ਮਾਡਰਨ ਕੱਪੜੇ ਪਾਏ ਹੋਏ ਸਨ, ਜੋ ਕਿ ਮੇਰੀ ਦਾਦੀ ਜੀ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਅਤੇ ਜਦੋਂ ਪਾਪਾ ਨੇ ਦੱਸਿਆ ਕਿ ਉਸ ਦੇ ਨਾਲ ਮਾਡਰਨ ਕੁੜੀ ਪਾਪਾ ਦੀ ਘਰ ਵਾਲੀ ਹੈ ਤਾਂ ਘਰ ਵਿੱਚ ਕਿਆਮਤ ਆ ਗਈ। ਦਾਦੀ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸਨ ਅਤੇ ਮਾਂ ਜੋ ਕੁੜੀ ਨੂੰ ਮਹਿਮਾਨ ਸਮਝ ਕੇ ਉਸਦੇ ਲਈ ਚਾਹ ਲਿਆ ਰਹੀ ਸੀ, ਉਹ ਚਾਹ ਦੇ ਭਾਂਡੇ ਉਸਦੇ ਹੱਥੋਂ ਡਿੱਗ ਕੇ ਟੁੱਟ ਗਏ ਸੀ। ਮੈਂ ਅਤੇ ਸੋਫੀਆ ਪਰਦੇ ਦੇ ਪਿੱਛੇ ਲੁਕ ਕੇ ਇਹ ਸਭ ਦੇਖ ਰਹੇ ਸੀ। ਇਹ ਸਭ ਸਾਡੇ ਲਈ ਬਿਲਕੁਲ ਨਵਾਂ ਸੀ ਅਤੇ ਮੈਂ ਡਰਾਮੇ ਵੀ ਦੇਖੇ ਸਨ ਜਿਸ ਵਿੱਚ ਮਤਰੇਈ ਮਾਂ ਬਹੁਤ ਬੁਰੀ ਹੁੰਦੀ ਹੈ ਅਤੇ ਉਹ ਆਪਣੇ ਪਤੀ ਤੇ ਬੱਚਿਆਂ ਨੂੰ ਬਹੁਤ ਤਸੀਹੇ ਦਿੰਦੀ ਹੈ ਅਤੇ ਪਤੀ ਦੀ ਪਹਿਲੀ ਪਤਨੀ ਨੂੰ ਵੀ ਘਰੋਂ ਕੱਢ ਦਿੰਦੀ ਹੈ। ਅਤੇ ਫਿਰ ਉਹੀ ਹੋਇਆ ਜੋ ਮੈਂ ਡਰਾਮੇ ਵਿੱਚ ਦੇਖਿਆ ਸੀ। ਖੜੇ ਹੋ ਕੇ ਮੇਰੇ ਪਿਤਾ ਨੇ ਮੇਰੀ ਮਾਂ ਦੇ ਹੱਥ ਤੇ ਕੁਝ ਕਾਗਜ਼ ਰੱਖ ਦਿੱਤੇ ਅਤੇ ਤਲਾਕ ਦਿੰਦੇ ਹੋਏ ਉਸ ਨੂੰ ਇਸ ਘਰ ਤੋਂ ਦੂਰ ਚਲੇ ਜਾਣ ਲਈ ਕਹਿਣ ਲੱਗੇ। ਦਾਦੀ ਜੀ ਨੇ ਮੇਰੇ ਪਿਤਾ ਜੀ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਪਿਤਾ ਜੀ ਨਹੀਂ ਰੁਕੇ ਅਤੇ ਮੇਰੀ
ਮੇਰੀ ਮਾਂ ਨੂੰ ਧੱਕੇ ਨਾਲ ਘਰੋਂ ਬਾਹਰ ਕੱਢ ਦਿੱਤਾ। ਮਾਂ ਨੇ ਮੇਰੇ ਅਤੇ ਸੋਫੀਅਨ ਦੇ ਹੱਥ ਫੜੇ ਹੋਏ ਸਨ, ਪਰ ਪਾਪਾ ਨੇ ਸਾਨੂੰ ਮਜ਼ਬੂਤੀ ਨਾਲ ਫੜ ਲਿਆ ਅਤੇ ਅੰਮਾ ਨੂੰ ਸਾਫ਼ ਕਹਿ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਤੁਹਾਡੇ ਵਰਗੀ ਔਰਤ ਨਾਲ ਨਹੀਂ ਜਾਣ ਦੇਣਗੇ। ਪਾਪਾ ਨੂੰ ਬਹੁਤ ਜਲਦੀ ਯਾਦ ਆਇਆ ਕਿ ਮੈਂ ਅਤੇ ਸੋਫੀਆ ਉਸਦੇ ਬੱਚੇ ਹਾਂ ਅਤੇ ਮੈਨੂੰ ਸਮਝ ਨਹੀਂ ਆਇਆ ਕਿ ਪਾਪਾ ਤੁਹਾਡੇ ਵਰਗੀ ਔਰਤ ਤੋਂ ਕੀ ਚਾਹੁੰਦੇ ਹਨ। ਮਾਂ ਚਲੀ ਗਈ। ਮੈਂ ਅਤੇ ਸੋਫਿਆਨ ਇੱਕ ਕੋਨੇ ਵਿੱਚ ਬੈਠੇ ਸੀ ਜਦੋਂ ਦਾਦੀ ਜੀ ਆ ਕੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ। ਮਾਂ ਤੋਂ ਬਾਅਦ ਸਾਡੇ ਕੋਲ ਸਿਰਫ ਦਾਦੀ ਹੀ ਰਹਿ ਗਈ। ਮੈਂ ਸਾਰੀ ਰਾਤ ਜਾਗਦੀ ਰਹੀ ਕਿ ਮਾਂ ਕਿੱਥੇ ਗਈ ਹੋਵੇਗੀ, ਕਿਉਂਕਿ ਮਾਂ ਦਾ ਤਾਂ ਕੋਈ ਨਹੀਂ ਸੀ। ਉਸ ਦਾ ਇੱਕ ਭਰਾ ਸੀ ਜੋ ਵਿਆਹ ਤੋਂ ਬਾਅਦ ਬਦਲ ਗਿਆ ਸੀ ਅਤੇ ਮਾਂ ਦੀ ਇੱਕ ਭੈਣ ਸੀ ਜਿਸ ਦਾ ਵਿਆਹ ਹੋ ਗਿਆ ਸੀ ਅਤੇ ਉਹ ਆਪਣੇ ਪਤੀ ਨਾਲ ਅਮਰੀਕਾ ਚਲੀ ਗਈ। ਅਗਲੀ ਸਵੇਰ ਪਿਤਾ ਜੀ ਨੇ ਸਾਰਾ ਘਰ ਆਪਣੀ ਨਵੀਂ ਪਤਨੀ ਨੂੰ ਸੌਂਪ ਦਿੱਤਾ ਸੀ। ਉਸ ਘਰ ਵਿੱਚ ਇੱਕ ਬਜ਼ੁਰਗ ਦਾਦੀ ਸੀ, ਪਰ ਪਿਤਾ ਨੇ ਇੱਕ ਦਿਨ ਵਿੱਚ ਆਪਣੀ ਪਤਨੀ ਨੂੰ ਘਰ ਦਾ ਮੁਖੀ ਬਣਾ ਦਿੱਤਾ ਸੀ। ਮੈਂ, ਸੋਫੀ ਅਤੇ ਦਾਦੀ ਇਸ ਘਰ ਵਿੱਚ ਕੂੜੇ ਵਾਂਗ ਬਣ ਗਏ ਸਨ ਅਤੇ ਇੱਕ ਕੋਨੇ ਵਿੱਚ ਪਏ ਰਹਿੰਦੇ ਸਨ। ਨਵੀਂ ਮਾਂ ਦਾ ਨਾਮ ਨੀਲਮ ਸੀ। ਮਾਂ ਨੀਲਮ ਨੇ ਪਿਤਾ ਜੀ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ ਸੀ। ਪਾਪਾ ਹੁਣ ਘਰ ਦੇ ਹੀ ਹੋ ਗਏ ਸੀ। ਮਾਂ ਨੀਲਮ ਦੀ ਸਲਾਹ ਤੇ ਪਾਪਾ ਨੇ ਸ਼ਹਿਰ 'ਚ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਸੀ ਅਤੇ ਮਾਂ ਨੀਲਮ ਨੂੰ ਵੱਧ ਤੋਂ ਵੱਧ ਸਮਾਂ ਦਿੰਦੀ ਸੀ। ਪਾਪਾ ਨੇ ਸਾਨੂੰ ਮਾਂ ਨਾਲ ਜਾਣ ਤੋਂ ਰੋਕ ਤਾਂ ਲਿਆ ਸੀ, ਪਰ ਉਸ ਤੋਂ ਬਾਅਦ ਸਾਡੀ ਕੋਈ ਖਬਰ ਨਹੀਂ ਲਈ ਸੀ ਕਿ ਅਸੀਂ ਕਿਵੇਂ ਹਾਂ ਜਾਂ ਕਿਸ ਹਾਲ ਵਿੱਚ ਹਾਂ। ਨੀਲਮ ਮਾਂ ਨੇ ਮੇਰਾ ਕੁਝ ਦਿਨਾਂ ਬਾਅਦ ਸਕੂਲ ਛੁਡਾ ਦਿੱਤਾ ਸੀ ਅਤੇ ਘਰ ਦੇ ਕੰਮਾਂ ਵਿੱਚ ਲਾ ਦਿੱਤਾ ਸੀ। ਮਤਰੇਈ ਮਾਂ ਇਹੀ ਤਾਂ ਕਰਦੀ ਹੈ ਅਤੇ ਪਿਤਾ ਜੀ ਨੇ ਉਹਨਾਂ ਦੀ ਇਸ ਹਰਕਤ ਬਾਰੇ ਉਹਨਾਂ ਨੂੰ ਕੁਝ ਨਹੀਂ ਕਿਹਾ। ਜਦੋਂ ਦਾਦੀ ਨੇ ਪਿਤਾ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਨੀਲਮ ਮਾਂ ਹੈ ਅਨਿਕਾ ਦੀ, ਉਹ ਇਸ ਦੇ ਚੰਗੇ ਮਾੜੇ ਬਾਰੇ ਸਮਝਦੀ ਹੈ ਅਤੇ ਦਾਦੀ ਉਸ ਨੂੰ ਸਮਝਾ ਵੀ ਨਹੀਂ ਸਕਦੀ ਸੀ। ਸਿਰਫ ਸਾਡੀ ਆਪਣੀ ਮਾਂ ਹੀ ਸਾਡੀ ਆਪਣੀ ਹੁੰਦੀ ਹੈ। ਮਤਰੇਈ ਮਾਂ ਤਾਂ ਮਤਰੇਈ ਹੀ ਹੁੰਦੀ ਹੈ। ਮੈਂ ਘਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਾਂ ਨੀਲਮ ਦੀ ਸੇਵਾ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗੀ। ਮੇਰੀ ਮਾਂ ਮੈਨੂੰ ਆਪਣੇ ਹੱਥਾਂ ਨਾਲ ਰੋਟੀ ਖਵਾਉਂਦੀ ਸੀ ਅਤੇ ਅੱਜ ਸਿਰਫ 10 ਸਾਲ ਦੀ ਉਮਰ ਵਿੱਚ ਮੈਨੂੰ ਸਭ ਨੂੰ ਖਾਣਾ ਬਣਾਉਣਾ ਅਤੇ ਖਵਾਉਣਾ ਪੈਂਦਾ ਹੈ। ਦਾਦੀ ਜੀ ਵੀ ਮੈਨੂੰ ਦੇਖ ਕੇ ਰੋਣ ਲੱਗ ਜਾਂਦੇ ਸਨ ਅਤੇ ਰਾਤ ਨੂੰ ਮੇਰੇ ਹੱਥ ਚੁੰਮ ਕੇ ਮੈਨੂੰ ਜੱਫੀ ਪਾ ਲੈਂਦੇ ਸਨ। ਮੇਰੇ ਨਿੱਕੇ ਨਿੱਕੇ ਹੱਥਾਂ ਨਾਲ ਕੰਮ ਕਰਕੇ ਛਾਲੇ ਪੈ ਜਾਂਦੇ ਸਨ। ਸਫਾਈ ਕਰਦੇ ਸਮੇਂ ਜਦੋਂ ਨੀਲਮ ਦਾ ਪਰਫਿਊਮ ਟੁੱਟ ਗਿਆ ਤਾਂ ਉਸ ਨੇ ਮੈਨੂੰ ਇੰਨਾ ਜ਼ੋਰਦਾਰ ਥੱਪੜ ਮਾਰਿਆ ਕਿ ਦੁਨੀਆ ਮੇਰੀਆਂ ਅੱਖਾਂ ਅੱਗੇ ਘੁੰਮਦੀ ਰਹੀ। ਜਦੋਂ ਮੈਂ ਰੋਂਦੇ ਹੋਏ ਆਪਣੇ ਪਿਤਾ ਨੂੰ ਦੱਸਿਆ ਤਾਂ ਉਹਨਾਂ ਨੇ ਮੈਨੂੰ ਅਤੇ ਮੇਰੀਆਂ ਗੱਲਾਂ ਨੂੰ ਉਸੇ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਜਿਵੇਂ ਉਹ ਮੇਰੀ ਮਾਂ ਨੂੰ ਨਜ਼ਰ ਅੰਦਾਜ਼ ਕਰਦੇ ਸਨ। ਅਤੇ ਫਿਰ ਉਸ ਦਿਨ ਤੋਂ ਬਾਅਦ ਮੈਂ ਆਪਣੇ ਬੁੱਲਾਂ ਨੂੰ ਸੀ ਲਿਆ ਸੀ। ਮੈਂ ਉਸ ਤੋਂ ਬਾਅਦ ਕੋਈ ਸ਼ਿਕਾਇਤ ਨਹੀਂ ਕੀਤੀ ਸੀ ਅਤੇ ਫਿਰ ਮੈਂ ਆਪਣੀ ਦਾਦੀ ਜੀ ਨੂੰ ਵੀ ਨਹੀਂ ਦੱਸਿਆ। ਰੋਜ਼ ਮੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ ਨੀਲਮ ਮਾਂ ਦੇ ਕਮਰੇ ਵਿੱਚੋਂ ਕਿਸੇ ਦੀ ਆਵਾਜ਼ ਆਉਂਦੀ ਸੁਣੀ ਅਤੇ ਨਾ ਹੀ ਮੈਂ ਆਪਣੇ ਪਿਤਾ ਜੀ ਨੂੰ ਦੱਸਿਆ ਕਿ ਉਹਨਾਂ ਦੇ ਜਾਣ ਤੋਂ ਬਾਅਦ ਘਰ ਦੇ ਪਿਛਲੇ ਦਰਵਾਜ਼ੇ ਦਾ ਤਾਲਾ ਖੁੱਲਿਆ ਹੋਇਆ ਹੁੰਦਾ ਸੀ। ਹੁਣ ਮੈਂ ਵੱਡੀ ਹੋਣ ਲੱਗੀ ਸੀ ਅਤੇ ਸੁੰਦਰ ਵੀ ਬਣ ਗਈ ਸੀ। ਜਦੋਂ ਮੈਂ 16 ਸਾਲ ਦੀ ਹੋਈ ਤਾਂ ਮੇਰਾ ਪਹਿਲਾ ਰਿਸ਼ਤਾ ਆਇਆ ਸੀ ਜਿਸ ਨੂੰ ਨੀਲਮ ਮਾਂ ਨੇ ਠੁਕਰਾ ਦਿੱਤਾ ਸੀ। ਕਿਰਨ ਆਂਟੀ ਆਪਣੇ ਬੇਟੇ ਲਈ ਇਹ ਰਿਸ਼ਤਾ ਲੈ ਕੇ ਆਈ ਸੀ। ਕਿਰਨ ਆਂਟੀ ਬਹੁਤ ਹੀ ਨੇਕ ਔਰਤ ਸੀ, ਪਰ ਇੱਕ ਮੁੱਦਾ ਇਹ ਸੀ ਕਿ ਕੋਈ ਵੀ ਮਨੁੱਖ ਉਸ ਦੀ ਜ਼ੁਬਾਨ ਦੇ ਅੱਗੇ ਸੁਰੱਖਿਅਤ ਨਹੀਂ ਸੀ। ਉਹ ਕੌੜੀ ਜ਼ੁਬਾਨ ਰੱਖਦੀ ਸੀ ਜੋ ਸਾਹਮਣੇ ਵਾਲੇ ਨੂੰ ਸਾੜ ਦਿੰਦੀ ਸੀ। ਮੈਂ ਆਪਣੀ ਦਾਦੀ ਤੋਂ ਸੁਣਿਆ ਸੀ ਕਿ ਉਹ ਮੇਰੇ ਪਿਤਾ ਜੀ ਦੀ ਮੰਗੇਤਰ ਹੁੰਦੀ ਸੀ, ਪਰ ਫਿਰ ਮੇਰੇ ਪਿਤਾ ਜੀ ਦਾ ਮੇਰੀ ਮਾਂ ਨਾਲ ਵਿਆਹ ਹੋ ਗਿਆ ਸੀ ਅਤੇ ਜੋ ਗੱਲ ਮੇਰੀ ਦਾਦੀ ਨੇ ਮੈਨੂੰ ਦੱਸੀ, ਮੈਂ ਉਹ ਗੱਲ ਸੁਣ ਕੇ ਹੈਰਾਨ ਰਹਿ ਗਈ ਕਿ ਮੇਰੇ ਪਿਤਾ ਜੀ ਮੇਰੀ ਮਾਂ ਨੂੰ ਪਸੰਦ ਕਰਦੇ ਸਨ ਅਤੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਕਿਰਨ ਆਂਟੀ ਨਾਲ ਆਪਣੀ ਮੰਗਣੀ ਤੋੜ ਕੇ ਮੇਰੀ ਮਾਂ ਨਾਲ ਮੰਗਣੀ ਕਰ ਲਈ। ਪਰ ਜਦੋਂ ਵਿਆਹ ਦਾ ਸਮਾਂ ਆਇਆ ਤਾਂ ਉਸਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਕਿਹੋ ਜਿਹਾ ਰਾਜ ਸੀ ਜਿਸ ਬਾਰੇ ਮੈਂ ਨਹੀਂ ਜਾਣਦੀ ਸੀ ਅਤੇ ਦਾਦੀ ਜੀ ਮੈਨੂੰ ਦੱਸਣਾ ਵੀ ਨਹੀਂ ਚਾਹੁੰਦੇ ਸਨ ਕਿ ਮੇਰੀ ਮਾਂ ਦਾ ਅਜਿਹਾ ਕਿਹੜਾ ਗੁਨਾਹ ਸੀ ਜਿਸ ਲਈ ਰੱਬ ਨੇ ਉਸ ਨੂੰ ਮਾਫ ਕਰ ਦਿੱਤਾ ਸੀ, ਪਰ ਮੇਰੇ ਪਿਤਾ ਜੀ ਨੇ ਨਹੀਂ ਕੀਤਾ ਸੀ। ਇਹ ਇੱਕ ਵੱਡਾ ਰਾਜ ਜਿਸ ਬਾਰੇ ਮੈਨੂੰ ਪਤਾ ਨਹੀਂ ਸੀ। ਖੈਰ, ਮੈਂ ਗੱਲ ਕਰ ਰਹੀ ਸੀ। ਕਿਰਨ ਆਂਟੀ ਮੇਰੇ ਲਈ ਰਿਸ਼ਤਾ ਲੈ ਕੇ ਆਈ ਸੀ, ਪਰ ਨੀਲਮ ਮਾਂ ਨੇ ਨਾ ਸਿਰਫ ਇਨਕਾਰ ਕਰ ਦਿੱਤਾ, ਸਗੋਂ ਕਿਰਨ ਆਂਟੀ ਨੂੰ ਧੱਕੇ ਨਾਲ ਘਰੋਂ ਬਾਹਰ ਵੀ ਕੱਢ ਦਿੱਤਾ। ਪਾਪਾ ਨੇ ਸੁਣਿਆ ਤਾਂ ਉਸਨੇ ਨੀਲਮ ਮਾਂ ਦਾ ਸਾਥ ਦਿੱਤਾ। ਮਾਂ ਨੀਲਮ ਨੂੰ ਹੁਣ ਹੋਰ ਵੀ ਸ਼ੈ ਮਿਲ ਗਈ ਸੀ। ਉਹਨਾਂ ਨੇ ਸੋਫੀਆ ਨੂੰ ਬੋਰਡਿੰਗ ਵਿੱਚ ਦਾਖਲਾ ਕਰਵਾ ਦਿੱਤਾ ਅਤੇ ਆਮ ਵਾਂਗ ਪਾਪਾ ਨੂੰ ਨੀਲਮਾਂ ਦੇ ਫੈਸਲੇ ਤੇ ਕੋਈ ਇਤਰਾਜ਼ ਨਹੀਂ ਸੀ। ਸੋਫਿਆਨ ਰੋਂਦਾ ਰਿਹਾ ਕਿ ਮੈਨੂੰ ਆਪਣੇ ਅਤੇ ਇਸ ਪਰਿਵਾਰ ਤੋਂ ਦੂਰ ਨਾ ਕਰੋ। ਮੈਂ ਦਾਦੀ ਅਤੇ ਮੇਰੀ ਭੈਣ ਤੋਂ ਬਿਨਾਂ ਨਹੀਂ ਰਹਿਣਾ ਚਾਹੁੰਦਾ।
ਪਰ ਪਿਤਾ ਨੇ ਉਸ ਨੂੰ ਬੋਰਡਿੰਗ ਸਕੂਲ ਵਿੱਚ ਜ਼ਬਰਦਸਤੀ ਛੱਡ ਦਿੱਤਾ। ਮੇਰੇ ਪਿਤਾ ਜੀ ਬਹੁਤ ਬੁਰੇ ਸੀ, ਇੰਨੇ ਬੁਰੇ ਕਿ ਮੈਂ ਉਹਨਾਂ ਨੂੰ ਦੇਖਣਾ ਨਹੀਂ ਚਾਹੁੰਦੀ ਸੀ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਮੇਰੀਆਂ ਮੁਸ਼ਕਲਾਂ ਵੀ ਵੱਧਦੀਆਂ ਗਈਆਂ ਅਤੇ ਉਸ ਦਿਨ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਮੈਂ ਸਵੇਰੇ ਆਪਣੀ ਦਾਦੀ ਨੂੰ ਚਾਹ ਦੇਣ ਗਈ, ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਜਦੋਂ ਮੈਂ ਉਹਨਾਂ ਨੂੰ ਛੂਹਿਆ ਤਾਂ ਮੇਰਾ ਦਿਲ ਟੁੱਟ ਗਿਆ ਕਿ ਮੇਰੀ ਦਾਦੀ, ਮੇਰੀ ਜਾਨ ਤੋਂ ਪਿਆਰੀ ਦਾਦੀ, ਮੇਰੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ, ਮੇਰੀ ਨਜ਼ਦੀਕੀ ਦੋਸਤ ਇਸ ਸੰਸਾਰ ਨੂੰ ਛੱਡ ਗਈ। ਜਦੋਂ ਮੇਰੇ ਦਾਦਾ ਜੀ ਚਲੇ ਗਏ ਤਾਂ ਮੈਨੂੰ ਲੱਗਾ ਕਿ ਅਸੀਂ ਅਨਾਥ ਹੋ ਗਏ ਹਾਂ ਅਤੇ ਜਦੋਂ ਮੇਰੀ ਦਾਦੀ ਦੀ ਮੌਤ ਹੋ ਗਈ ਤਾਂ ਮੈਨੂੰ ਲੱਗਾ ਜਿਵੇਂ ਮੇਰੀ ਮਾਂ ਮੈਨੂੰ ਛੱਡ ਗਈ ਹੋਵੇ। ਅੱਜ ਤੱਕ ਮੇਰੀ ਆਵਾਜ਼ ਕਿਸੇ ਨੇ ਨਹੀਂ ਸੁਣੀ ਸੀ, ਪਰ ਜਦੋਂ ਦਾਦੀ ਦੀ ਮੌਤ ਹੋ ਗਈ ਮੈਂ ਚੀਕ ਚੀਕ ਕੇ ਰੋ ਰਹੀ। ਮੇਰੀਆਂ ਚੀਕਾਂ ਨੇ ਘਰ ਦੀਆਂ ਕੰਧਾਂ ਹਿਲਾ ਦਿੱਤੀਆਂ ਸਨ। ਮੈਂ ਚੀਕਾਂ ਮਾਰ ਕੇ ਆਪਣਾ ਸਾਰਾ ਦੁੱਖ ਬਾਹਰ ਕੱਢ ਦਿੱਤਾ ਸੀ। ਮੈਂ ਇੰਨਾ ਰੋ ਰਹੀ ਸੀ ਕਿ ਮੇਰੇ ਤੋਂ ਬੋਲਿਆ ਵੀ ਨਹੀਂ ਜਾਂਦਾ ਸੀ। ਮੇਰਾ ਤੇ ਸੋਫੀਆ ਦਾ ਦੁੱਖ ਸਭ ਤੋਂ ਵੱਡਾ ਸੀ। ਮਾਂ ਤੋਂ ਬਾਅਦ ਦਾਦੀ ਸਾਡੀ ਮਾਂ ਬਣੀ ਅਤੇ ਅਸੀਂ ਦੋਵੇਂ ਉਸ ਦੇ ਬਹੁਤ ਕਰੀਬ ਸੀ, ਪਰ ਰੱਬ ਮੈਨੂੰ ਹਰ ਉਸ ਵਿਅਕਤੀ ਤੋਂ ਦੂਰ ਕਰ ਰਿਹਾ ਸੀ ਜਿਸ ਨੂੰ ਮੈਂ ਪਿਆਰ ਕਰਦੀ ਸੀ। ਜਦੋਂ ਦਾਦੀ ਦਾ ਅੰਤਿਮ ਸੰਸਕਾਰ ਹੋਇਆ ਤਾਂ ਸਭ ਦੀ ਜ਼ਿੰਦਗੀ ਰੂਟੀਨ ਤੇ ਆਉਣ ਲੱਗੀ, ਮੈਨੂੰ ਛੱਡ ਕੇ। ਮੈਂ ਚਾਹ ਕੇ ਵੀ ਦਾਦੀ ਜੀ ਨੂੰ ਭੁੱਲ ਨਹੀਂ ਸਕੀ, ਪਰ ਮਾਂ ਨੀਲਮ ਦੇ ਡਰ ਕਾਰਨ ਮੈਂ ਫਿਰ ਤੋਂ ਘਰ ਦੇ ਕੰਮ ਕਰਨ ਲੱਗ ਪਈ। ਦਾਦੀ ਵਿਛੋੜੇ ਦਾ ਗਮ ਅਤੇ ਮੇਰੇ ਮਾਤਾ ਪਿਤਾ ਵਿਚਕਾਰ ਅਚਾਨਕ ਪੈਦਾ ਹੋਈ ਨਫ਼ਰਤ ਹਰ ਵੇਲੇ ਮੇਰੇ ਮਨ ਵਿੱਚ ਘੁੰਮਦੀ ਰਹਿੰਦੀ ਸੀ। ਮੈਂ ਸਮਝ ਨਹੀਂ ਪਾ ਰਹੀ ਸੀ ਕਿ ਅਜਿਹਾ ਕੀ ਹੋਇਆ ਜਿਸ ਨੇ ਮੇਰੇ ਪਿਤਾ ਦਾ ਦਿਲ ਬਦਲ ਦਿੱਤਾ ਸੀ। ਜਿਸ ਮੰਗਣੀ ਨੂੰ ਉਸਨੇ ਆਪਣੇ ਮਨ ਨਾਲ ਕੀਤਾ ਸੀ, ਵਿਆਹ ਤੋਂ ਬਾਅਦ ਉਸ ਦੇ ਦਿਲ ਵਿੱਚ ਨਫ਼ਰਤ ਕਿਵੇਂ ਪੈਦਾ ਹੋ ਗਈ ਸੀ। ਮੇਰੇ ਮਨ ਵਿੱਚ ਉੱਠ ਰਹੇ ਸਵਾਲਾਂ ਦੇ ਨਾਲ ਨਾਲ ਘਰ ਵਿੱਚ ਕੁਝ ਹੋਰ ਵੀ ਚੱਲ ਰਿਹਾ ਸੀ। ਪਹਿਲਾਂ ਨੀਲਮ ਮਾਂ ਦੇ ਅਵਾਰੇ ਦੋਸਤ ਉਸ ਨੂੰ ਕਦੇ-ਕਦੇ ਮਿਲਣ ਆਉਂਦੇ ਸਨ ਅਤੇ 2 ਘੰਟੇ ਕਮਰੇ ਵਿੱਚ ਰਹਿੰਦੇ ਸਨ, ਪਰ ਹੁਣ ਕੁਝ ਹੋਰ ਵੀ ਅਜੀਬ ਹੋਣ ਲੱਗਾ ਸੀ। ਵੱਖ-ਵੱਖ ਤਰ੍ਹਾਂ ਦੇ ਬੰਦੇ ਹੁਣ ਹਰ ਰੋਜ਼ ਸਵੇਰੇ ਪਿਤਾ ਜੀ ਦੇ ਜਾਣ ਸਾਰ ਆਉਂਦੇ ਅਤੇ ਸ਼ਾਮ ਨੂੰ ਹੀ ਵਾਪਸ ਜਾਂਦੇ। ਇਸ ਦੌਰਾਨ ਨੀਲਮ ਮਾਂ ਇੱਕ ਵਾਰ ਹੀ ਕਮਰੇ ਤੋਂ ਬਾਹਰ ਆਉਂਦੀ ਸੀ ਅਤੇ ਉਹ ਮੈਨੂੰ ਖਾਣੇ ਦਾ ਮੈਨੂੰ ਦੱਸ ਕੇ ਚਲੀ ਜਾਂਦੀ ਸੀ। ਮੈਨੂੰ ਹੈਰਾਨੀ ਹੁੰਦੀ ਸੀ ਕਿ ਜਦੋਂ ਉਹ ਮੈਨੂੰ ਖਾਣੇ ਦਾ ਕਹਿਣ ਆਉਂਦੀ ਸੀ ਅਤੇ ਮੈਨੂੰ ਖਾਣਾ ਬਣਾ ਕੇ ਉਹਨਾਂ ਦੇ ਕਮਰੇ ਵਿੱਚ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਸੀ। ਮੈਂ ਕਮਰੇ ਦੇ ਬਾਹਰ ਭੋਜਨ ਰੱਖਦੀ ਸੀ ਅਤੇ ਦਰਵਾਜ਼ਾ ਖੜਕਾਉਂਦੀ ਸੀ ਅਤੇ ਨੀਲਮ ਮਾਂ ਖੁਦ ਲੈ ਜਾਂਦੀ ਸੀ। ਹੁਣ ਮੈਨੂੰ ਅਹਿਸਾਸ ਹੋਣ ਲੱਗਾ ਕਿ ਕੁਝ ਗਲਤ ਸੀ ਅਤੇ ਜਦੋਂ ਨੀਲਮ ਮਾਂ ਨੇ ਮੈਨੂੰ ਸਮਝਾਇਆ ਕਿ ਜਿਵੇਂ ਹੀ ਤੁਹਾਡੇ ਪਿਤਾ ਦੀ ਕਾਰ ਘਰ ਵਿੱਚ ਦਾਖਲ ਹੋਵੇ, ਤੁਸੀਂ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਮੈਨੂੰ ਸੂਚਿਤ ਕਰ ਦਿਓ। ਅਤੇ ਅਗਲੇ ਦਿਨ ਜਦੋਂ ਪਿਤਾ ਜੀ ਦੁਪਹਿਰ ਨੂੰ ਘਰ ਆਏ ਤਾਂ ਮੈਂ ਤੁਰੰਤ ਨੀਲਮ ਮਾਂ ਦੇ ਕਮਰੇ ਵੱਲ ਭੱਜੀ ਅਤੇ ਅਚਾਨਕ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਮੈਂ ਬੈੱਡ ਤੇ ਨੀਲਮ ਮਾਂ ਅਤੇ ਉਸਦੇ ਦੋਸਤ ਦੇ ਅੱਧ ਨੰਗਣ ਦਾ ਅਗਲਾ ਸੀਨ ਮੇਰੇ ਤੋਂ ਦੇਖਿਆ ਨਹੀਂ ਗਿਆ। ਮੈਂ ਝੱਟ ਪਿੱਛੇ ਮੁੜੀ ਅਤੇ ਦਰਵਾਜ਼ਾ ਬੰਦ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ। ਮੇਰੇ ਉੱਪਰਲੇ ਸਾਹ ਉੱਪਰ ਅਤੇ ਹੇਠਲੇ ਸਾਹ ਹੇਠਾਂ ਰਹਿ ਗਏ। ਮੈਂ ਸਮਝ ਨਹੀਂ ਸਕੀ ਕਿ ਮੈਂ ਕੀ ਦੇਖਿਆ ਸੀ। ਮੈਂ ਕੰਬ ਰਹੀ ਸੀ ਅਤੇ ਰੋ ਰਹੀ ਸੀ। ਉਹ ਔਰਤ ਮੇਰੇ ਪਿਤਾ ਨੂੰ ਧੋਖਾ ਦੇ ਰਹੀ ਸੀ ਅਤੇ ਮੇਰਾ ਪਿਤਾ ਜੀ ਆਪਣਾ ਸਾਰਾ ਪਿਆਰ ਅਤੇ ਦੌਲਤ ਉਸ ਉੱਤੇ ਲਟਾ ਰਹੇ ਸਨ। ਮੇਰੇ ਪਿਤਾ ਨੇ ਇਸ ਔਰਤ ਲਈ ਮੇਰੀ ਮਾਂ ਨੂੰ ਝਿੜਕਿਆ ਸੀ। ਇਹ ਔਰਤ ਮੇਰੇ ਪਿਤਾ ਦੀ ਇੱਜ਼ਤ ਨਾਲ ਖੇਡ ਰਹੀ ਸੀ, ਪਰ ਇਹ ਇੱਕ ਦਿਨ ਦੀ ਕਹਾਣੀ ਨਹੀਂ ਸੀ। ਨੀਲਮ ਮਾਂ ਦੇ ਅਵਾਰਾ ਦੋਸਤ ਹਮੇਸ਼ਾ ਆਉਂਦੇ ਜਾਂਦੇ ਰਹਿੰਦੇ ਸਨ, ਪਰ ਉਸ ਦਿਨ ਮੈਂ ਕਮਰੇ ਤੋਂ ਬਾਹਰ ਨਹੀਂ ਨਿਕਲੀ ਸੀ ਤੇ ਨਾ ਹੀ ਕਿਸੇ ਨੇ ਮੇਰਾ ਦਰਵਾਜ਼ਾ ਖੜਕਾ ਕੇ ਪੁੱਛਿਆ ਸੀ। ਜਦੋਂ ਮੈਂ ਅਗਲੇ ਦਿਨ ਕਮਰੇ ਤੋਂ ਬਾਹਰ ਆਈ ਤਾਂ ਅਚਾਨਕ ਨੀਲਮ ਮਾਂ ਮੇਰੇ ਸਾਹਮਣੇ ਆ ਗਈ, ਜਿਸ ਨੂੰ ਦੇਖ ਕੇ ਮੈਂ ਡਰ ਗਈ। ਫਿਰ ਉਸਨੇ ਮੇਰੀ ਬਾਂਹ ਨੂੰ ਮਰੋੜਿਆ ਅਤੇ ਮੈਨੂੰ ਕਹਿਣ ਲੱਗੀ ਕਿ ਤੁਸੀਂ ਜੋ ਦੇਖਿਆ ਹੈ ਕਿਸੇ ਨੂੰ ਨਹੀਂ ਦੱਸਣਾ। ਤੁਹਾਨੂੰ ਪਤਾ ਹੈ, ਜਦੋਂ ਤੁਹਾਡਾ ਭਰਾ ਸੁਫਿਆਨ ਬੋਰਡਿੰਗ ਸਕੂਲ ਤੋਂ ਕਦੋਂ ਲਾਪਤਾ ਹੋ ਗਿਆ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਮੈਂ ਉਸਦੀ ਧਮਕੀ ਸੁਣ ਕੇ ਡਰ ਗਈ ਅਤੇ ਆਪਣਾ ਮੂੰਹ ਬੰਦ ਕਰ ਲਿਆ। ਮੇਰੀ ਚੁੱਪ ਦੇਖ ਕੇ ਉਸਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਕਿ ਜਦੋਂ ਵੀ ਤੇਰੇ ਪਾਪਾ ਮੇਰੇ ਦੋਸਤ ਦੀ ਹਾਜ਼ਰੀ ਵਿੱਚ ਘਰ ਆਉਣਗੇ ਤਾਂ ਪਹਿਲਾਂ ਤੂੰ ਮੈਨੂੰ ਸੂਚਿਤ ਕਰੇਗੀ ਅਤੇ ਫਿਰ ਉਸ ਦੇ ਦੋਸਤ ਦੇ ਜਾਣ ਤੋਂ ਬਾਅਦ ਹੀ ਦਰਵਾਜ਼ਾ ਖੋਲ੍ਹੇਗੀ। ਮੈਂ ਹੁਣ ਆਪਣੀ ਜ਼ਿੰਮੇਵਾਰੀ ਨੂੰ ਸਮਝ ਲਿਆ ਸੀ ਅਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਨਿਭਾ ਰਹੀ ਸੀ। ਇੱਕ ਦਿਨ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ। ਨੀਲਮ ਆਪਣੇ ਦੋਸਤ ਨਾਲ ਕਮਰੇ ਵਿੱਚ ਬੰਦ ਸੀ। ਬੰਦ ਕਮਰੇ ਵਿੱਚ ਕੀ ਹੋ ਰਿਹਾ ਸੀ, ਮੈਨੂੰ ਸਭ ਕੁਝ ਪਤਾ ਸੀ। ਮੈਂ ਕੋਈ ਛੋਟੀ ਕੁੜੀ ਨਹੀਂ ਸੀ, ਮੈਂ 17 ਸਾਲ ਦੀ ਹੋਣ ਵਾਲੀ ਸੀ। ਅਜੇ ਕੁਝ ਸਮਾਂ ਹੀ ਲੰਘਿਆ ਸੀ ਜਦੋਂ ਨੀਲਮਾ ਰਸੋਈ ਵਿੱਚ ਆਈ। ਉਹ ਮੇਰੇ ਵੱਲ ਅਜੀਬ ਜਿਹੀ ਨਜ਼ਰ ਨਾਲ ਦੇਖ ਰਹੀ ਸੀ। ਅੱਜ ਉਸ ਦੇ ਵਿਚਾਰ ਬਦਲ ਗਏ ਸਨ।
ਉਹ ਮੇਰੇ ਬਹੁਤ ਨੇੜੇ ਆਈ ਅਤੇ ਕਹਿਣ ਲੱਗੀ ਕਿ ਅਨਿਕਾ, ਤੁਸੀਂ ਬਹੁਤ ਸੁੰਦਰ ਹੋ। ਤੁਹਾਡੇ ਸਰੀਰ ਦਾ ਹਰ ਅੰਗ ਤੁਹਾਡੀ ਸੁੰਦਰਤਾ ਨੂੰ ਵਧਾ ਰਿਹਾ ਹੈ। ਮਾਂ ਨੀਲਮ ਦੀ ਗੱਲ ਸੁਣ ਕੇ ਵੀ ਮੈਂ ਚੁੱਪ ਰਹੀ। ਮਾਂ ਨੀਲਮ ਨੇ ਅੱਗੇ ਕਿਹਾ, ਅਨਿਕਾ, ਕੀ ਤੂੰ ਵੀ ਉਹ ਸਭ ਕਰਨਾ ਚਾਹੁੰਦੀ ਹੈ ਜਿਸ ਹਾਲਤ ਵਿੱਚ ਤੂੰ ਮੈਨੂੰ ਉਸ ਦਿਨ ਮੇਰੇ ਦੋਸਤ ਨਾਲ ਦੇਖਿਆ ਸੀ? ਮੈਂ ਸੱਚ ਆਖਦੀ ਹਾਂ, ਤੈਨੂੰ ਬਹੁਤ ਮਜ਼ਾ ਆਵੇਗਾ। ਮੇਰੇ ਇੱਕ ਦੋਸਤ ਨੂੰ ਤੇਰੀ ਖੂਬਸੂਰਤੀ ਨਾਲ ਪਿਆਰ ਹੋ ਗਿਆ ਹੈ। ਉਸਨੇ ਇੱਕ ਰਾਤ ਤੇਰੇ ਨਾਲ ਬਿਤਾਉਣੀ ਹੈ। ਮੈਂ ਅਗਲੇ ਬੋਲ ਵੀ ਨਾ ਸੁਣ ਸਕੀ ਤੇ ਉੱਥੋਂ ਭੱਜ ਕੇ ਆਪਣੇ ਕਮਰੇ ਵਿੱਚ ਆ ਗਈ। ਨੀਲਮ ਮਾਂ ਕੀ ਕਹਿਣਾ ਚਾਹੁੰਦੀ ਸੀ ਮੈਂ ਸਭ ਕੁਝ ਸਮਝ ਗਈ ਸੀ, ਪਰ ਮੈਂ ਅਜੇ ਘਟੀਆ ਕੁੜੀ ਨਹੀਂ ਸੀ ਕਿ ਮੈਂ ਆਪਣੀ ਇੱਜ਼ਤ ਦਾ ਸੌਦਾ ਕਰ ਲਵਾਂ। ਪਰ ਹੁਣ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੇਰੀ ਇੱਜ਼ਤ ਖਤਰੇ ਵਿੱਚ ਹੈ। ਪਰ ਸ਼ਾਇਦ ਰੱਬ ਨੇ ਮੇਰੀ ਇੱਜ਼ਤ ਬਚਾਉਣੀ ਸੀ, ਇਸੇ ਲਈ ਉਸ ਦਿਨ ਘਰ ਵਿੱਚ ਕੋਈ ਸਬਜ਼ੀ ਨਹੀਂ ਸੀ। ਮੈਂ ਸਬਜ਼ੀ ਖਰੀਦਣ ਲਈ ਬਾਜ਼ਾਰ ਗਈ ਸੀ ਅਤੇ ਮੇਰੀ ਨਜ਼ਰ ਆਪਣੀ ਅਸਲੀ ਮਾਂ ਤੇ ਪਈ। ਉਹ ਸ਼ਾਇਦ ਬੱਸ ਸਟੈਂਡ ਤੇ ਖੜੀ ਬੱਸ ਦੀ ਉਡੀਕ ਕਰ ਰਹੀ ਸੀ। ਉਸਦੇ ਵਾਲ ਚਿੱਟੇ ਹੋ ਗਏ ਸਨ ਅਤੇ ਉਸਦਾ ਚਿਹਰਾ ਪੀਲਾ ਹੋ ਗਿਆ ਸੀ। ਕੱਪੜੇ ਵੀ ਬਹੁਤ ਪੁਰਾਣੇ ਲੱਗ ਰਹੇ ਸਨ, ਜਿਸ ਤੋਂ ਸਾਫ਼ ਦਿਖ ਰਿਹਾ ਸੀ ਕਿ ਉਹ ਘਰ ਘਰ ਠੋਕਰ ਖਾ ਰਹੀ ਸੀ। ਮੈਂ ਭੱਜ ਕੇ ਉਸਦੇ ਕੋਲ ਗਈ ਅਤੇ ਉਸ ਨੂੰ ਜੱਫੀ ਪਾ ਲਈ ਅਤੇ ਉੱਚੀ ਉੱਚੀ ਰੋਣ ਲੱਗੀ। ਸਾਡੇ ਆਲੇ ਦੁਆਲੇ ਦੇ ਲੋਕ ਮੇਰੇ ਵੱਲ ਦੇਖ ਰਹੇ ਸਨ। ਉਸਨੇ ਮੈਨੂੰ ਚੁੱਪ ਕਰਵਾਇਆ ਅਤੇ ਮੈਨੂੰ ਆਪਣੇ ਨਾਲ ਇੱਕ ਨੇੜਲੇ ਪਾਰਕ ਵਿੱਚ ਲੈ ਗਈ, ਜਿੱਥੇ ਮੈਨੂੰ ਪਾਣੀ ਪਿਲਾਉਣ ਤੋਂ ਬਾਅਦ ਉਸਨੇ ਮੇਰੇ ਮੱਥੇ ਨੂੰ ਚੁੰਮਿਆ ਅਤੇ ਨਮ ਅੱਖਾਂ ਨਾਲ ਮੇਰਾ ਹਾਲ ਚਾਲ ਪੁੱਛਣਾ ਸ਼ੁਰੂ ਕਰ ਦਿੱਤਾ। ਮੈਂ ਬਹੁਤ ਰੋਈ ਅਤੇ ਉਸ ਦਿਨ ਮੈਂ ਆਪਣੀ ਮਾਂ ਨੂੰ ਸਵਾਲ ਕੀਤਾ ਕਿ ਅਜਿਹਾ ਕੀ ਹੋ ਗਿਆ ਸੀ ਜਿਸ ਨੇ ਮੇਰੇ ਪਿਤਾ ਦੇ ਦਿਲ ਵਿੱਚ ਪਿਆਰ ਨੂੰ ਨਫ਼ਰਤ ਵਿੱਚ ਬਦਲ ਦਿੱਤਾ ਸੀ। ਤਾਂ ਮੇਰੀ ਮਾਂ ਨੇ ਇੱਕ ਅਜਿਹੀ ਕਹਾਣੀ ਸੁਣਾਈ ਜੋ ਦਿਲ ਦਹਿਲਾਉਣ ਵਾਲੀ ਸੀ। ਮਾਂ ਨੇ ਦੱਸਿਆ ਕਿ ਮੈਂ ਆਪਣੇ ਮਾਤਾ ਪਿਤਾ ਦੀ ਸਭ ਤੋਂ ਵੱਡੀ ਧੀ ਸੀ। ਮੇਰੇ ਤੋਂ ਛੋਟਾ ਮੇਰਾ ਇੱਕ ਭਰਾ ਅਤੇ ਇੱਕ ਭੈਣ ਸੀ। ਪਾਪਾ ਇਨਕਮ ਟੈਕਸ ਅਫਸਰ ਸਨ। ਜਦੋਂ ਮੈਂ ਮੈਟ੍ਰਿਕ ਵਿੱਚ ਸੀ ਤਾਂ ਮੇਰੀ ਮਾਂ ਕੈਂਸਰ ਕਾਰਨ ਇਸ ਸੰਸਾਰ ਨੂੰ ਛੱਡ ਗਈ। ਪਾਪਾ ਦੀ ਨੌਕਰੀ ਚੰਗੀ ਸੀ, ਇਸ ਲਈ ਜ਼ਿੰਦਗੀ ਬਹੁਤ ਖੁਸ਼ੀ ਨਾਲ ਚੱਲ ਰਹੀ ਸੀ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਦੁਨੀਆ ਦਾ ਹਰ ਐਸ਼ੋ ਆਰਾਮ ਘਰ ਵਿੱਚ ਮੌਜੂਦ ਸੀ ਅਤੇ ਮੂੰਹੋਂ ਨਿਕਲਦੇ ਹੀ ਹਰ ਇੱਛਾ ਪੂਰੀ ਹੋ ਜਾਂਦੀ ਸੀ। ਜਦੋਂ ਮੈਂ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਤਾਂ ਮੇਰੇ ਪਿਤਾ ਜੀ ਨੇ ਮੇਰਾ ਦਾਖਲਾ ਦੇਸ਼ ਦੇ ਸਭ ਤੋਂ ਮਹਿੰਗੇ ਕਾਲਜ ਵਿੱਚ ਕਰਵਾ ਦਿੱਤਾ ਸੀ। ਮੇਰੀ ਆਵਾਜ਼ ਬਹੁਤ ਵਧੀਆ ਸੀ, ਇਸ ਲਈ ਸਵਾਗਤ ਪਾਰਟੀ ਵਿੱਚ ਮੈਂ ਸਟੇਜ ਤੇ ਇਹ ਗੀਤ ਗਾ ਰਹੀ ਸੀ, ਜਿਸ ਨੂੰ ਸਾਰਿਆਂ ਨੇ ਬਹੁਤ ਪਸੰਦ ਕੀਤਾ ਅਤੇ ਤੁਹਾਡੇ ਪਿਤਾ ਜੀ ਨੂੰ ਵੀ ਮੇਰੀ ਆਵਾਜ਼ ਬਹੁਤ ਪਸੰਦ ਆਈ। ਤੇਰੇ ਪਿਤਾ ਜੀ ਮੇਰੇ ਸੀਨੀਅਰ ਸਨ ਅਤੇ ਉਹਨਾਂ ਨੇ ਕਈ ਵਾਰ ਮੇਰਾ ਪਿੱਛਾ ਵੀ ਕੀਤਾ ਸੀ, ਇਸ ਲਈ ਉਹ ਮੈਨੂੰ ਪਸੰਦ ਨਹੀਂ ਆਈ ਸੀ। ਪਰ ਹੌਲੀ ਹੌਲੀ ਮੇਰੀ ਉਹਨਾਂ ਨਾਲ ਦੋਸਤੀ ਹੋ ਗਈ ਅਤੇ ਫਿਰ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਮੇਰੇ ਗ੍ਰੈਜੂਏਸ਼ਨ ਵਿੱਚ ਅਜੇ 1 ਸਾਲ ਬਾਕੀ ਸੀ ਜਦੋਂ ਉਸਨੇ ਰਿਸ਼ਤਾ ਮੇਰੇ ਘਰ ਭੇਜ ਦਿੱਤਾ। ਤੁਹਾਡੇ ਪਿਤਾ ਜੀ ਰੁਤਬੇ ਵਿੱਚ ਸਾਡੇ ਨਾਲੋਂ ਥੋੜੇ ਨੀਵੇਂ ਸਨ, ਪਰ ਉਹ ਬਹੁਤ ਚੰਗੇ ਇਨਸਾਨ ਸਨ ਅਤੇ ਸਭ ਤੋਂ ਵੱਧ ਤੁਹਾਡੇ ਦਾਦਾ ਦਾਦੀ ਬਹੁਤ ਚੰਗੇ ਸਨ। ਅਤੇ ਫਿਰ ਮੇਰੀ ਇੱਛਾ ਵੀ ਇਸ ਰਿਸ਼ਤੇ ਵਿੱਚ ਸ਼ਾਮਲ ਹੋ ਗਈ ਸੀ, ਇਸ ਲਈ ਮੇਰੇ ਪਿਤਾ ਜੀ ਨੇ ਤੁਰੰਤ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਅਤੇ ਸਾਰੇ ਸ਼ਹਿਰ ਨੇ ਦੇਖਿਆ ਸੀ ਕਿ ਕਿਸ ਤਰ੍ਹਾਂ ਧੂਮਧਾਮ ਨਾਲ ਤੇਰੇ ਪਾਪਾ ਦੀ ਅਤੇ ਮੇਰੀ ਮੰਗਣੀ ਹੋਈ ਸੀ। ਮੰਗਣੀ ਤੋਂ ਬਾਅਦ ਵੀ ਸਭ ਕੁਝ ਠੀਕ ਚੱਲ ਰਿਹਾ ਸੀ। ਜਦੋਂ ਮੇਰੀ ਗ੍ਰੈਜੂਏਸ਼ਨ ਪੂਰੀ ਹੋਈ ਤਾਂ ਮੈਂ ਬਹੁਤ ਖੁਸ਼ ਸੀ ਕਿ ਮੇਰਾ ਵਿਆਹ ਹੋ ਜਾਵੇਗਾ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਰੱਬ ਨੇ ਮੈਨੂੰ ਬਹੁਤ ਕੁਝ ਦਿੱਤਾ ਸੀ, ਪਰ ਸਾਡੇ ਉੱਤੇ ਕਦੇ ਕੋਈ ਇਮਤਿਹਾਨ ਨਹੀਂ ਆਇਆ ਸੀ ਅਤੇ ਫਿਰ ਸ਼ਾਇਦ ਉਹ ਮੁਸੀਬਤ ਸਾਡੀ ਪ੍ਰੀਖਿਆ ਸੀ ਜਾਂ ਜਾਣੇ ਅਣਜਾਣੇ ਵਿੱਚ ਕੀਤੇ ਕਿਸੇ ਗੁਨਾਹ ਦੀ ਸਜ਼ਾ ਸੀ, ਜੋ ਸਾਰੀ ਉਮਰ ਮੇਰੇ ਨਾਲ ਚਿਪਕੀ ਰਹੀ ਅਤੇ ਮੈਨੂੰ ਅੰਦਰੋਂ ਅੰਦਰੀ ਦੁੱਖ ਦਿੰਦੀ ਰਹੀ। ਉਹ ਇੱਕ ਅਜਿਹੀ ਮੁਸੀਬਤ ਜਾਂ ਇਮਤਿਹਾਨ ਸੀ ਜਿਸ ਦੇ ਗੁਜ਼ਰ ਜਾਣ ਤੋਂ ਬਾਅਦ ਸਾਰਿਆਂ ਦੀਆਂ ਜ਼ਿੰਦਗੀਆਂ ਸਵਰ ਗਈਆਂ ਸੀ। ਮੇਰੇ ਤੋਂ ਇਲਾਵਾ ਮੇਰੇ ਤੋਂ ਪਤਾ ਨਹੀਂ ਜਾਣੇ ਅਣਜਾਣੇ ਵਿੱਚ ਕਿਹੜੇ ਪਾਪ ਹੋ ਗਏ ਸੀ, ਜਿਸ ਦੀ ਸਜ਼ਾ ਵਜੋਂ ਮੈਨੂੰ ਮੁਸੀਬਤ ਵਿੱਚ ਫਸਾ ਦਿੱਤਾ ਗਿਆ ਸੀ। ਮੇਰੇ ਪਿਤਾ ਜੀ ਇਨਕਮ ਟੈਕਸ ਅਫਸਰ ਸਨ, ਜਿਨ੍ਹਾਂ ਨੇ ਸਾਰੀ ਉਮਰ ਭ੍ਰਿਸ਼ਟਾਚਾਰੀ ਰਾਹੀਂ ਸਾਨੂੰ ਬੇਈਮਾਨੀ ਅਤੇ ਨਜਾਇਜ਼ ਧਨ ਨਾਲ ਪਾਲਿਆ ਸੀ ਅਤੇ ਸ਼ਾਇਦ ਇਹ ਉਹ ਨਜਾਇਜ਼ ਪੈਸਾ ਸੀ ਜਿਸ ਨੇ ਸਾਡੀ ਜ਼ਿੰਦਗੀ ਨੂੰ ਮੁਸੀਬਤਾਂ ਨਾਲ ਭਰ ਦਿੱਤਾ ਸੀ। ਨਜਾਇਜ਼ ਕਮਾਈ ਕਦੇ ਹਜਮ ਨਹੀਂ ਹੁੰਦੀ, ਉਹ ਇੱਕ ਨਾ ਇੱਕ ਦਿਨ ਆਪਣੇ ਆਪ ਦਾ ਲੇਖਾ ਜ਼ਰੂਰ ਲੈਂਦੀ ਹੈ, ਇਸ ਲਈ ਇਹ ਸਾਡੇ ਤੋਂ ਵੀ ਲਿਆ ਗਿਆ ਸੀ। ਮੇਰੀ ਨਜ਼ਰ ਵਿੱਚ ਮੇਰੇ ਪਿਤਾ ਜੀ ਇੱਕ ਹੀਰੋ ਸਨ, ਜਿਨ੍ਹਾਂ ਨੇ ਸਾਰੀ ਉਮਰ ਸਖਤ ਮਿਹਨਤ ਅਤੇ ਇਮਾਨਦਾਰੀ ਨਾਲ ਸਾਡਾ ਪਾਲਣ ਪੋਸ਼ਣ ਕੀਤਾ ਸੀ। ਪਰ ਫਿਰ ਮੈਨੂੰ ਪਤਾ ਲੱਗਾ ਕਿ ਮੈਂ ਕਿੰਨੇ ਵੱਡੇ ਸੁਪਨੇ ਵਿੱਚ ਜੀ ਰਹੀ ਸੀ ਅਤੇ ਜਦੋਂ ਮੈਂ ਸੁਪਨੇ ਤੋਂ ਜਾਗੀ ਤਾਂ ਪਤਾ ਲੱਗਾ ਕਿ ਮੇਰੇ ਪਿਤਾ ਜੀ ਹੀਰੋ ਨਹੀਂ ਸਨ। ਪਾਪਾ ਨੇ ਆਪ ਜਨਤਾ ਦੀ ਮਿਹਨਤ ਨਾਲ ਭਰੇ ਟੈਕਸ ਨਾਲ ਅਯਾਸ਼ੀ ਕੀਤੀ ਸੀ ਅਤੇ ਸਾਨੂੰ ਵੀ ਕਰਵਾਈ ਸੀ ਅਤੇ ਉਸ ਦੀ ਸਜ਼ਾ ਸਾਨੂੰ ਸਾਰਿਆਂ ਨੂੰ ਭੁਗਤਣੀ ਪਈ ਸੀ। ਸਾਡੇ ਘਰ ਰੇਡ ਪਈ ਸੀ, ਪਾਪਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ
ਅਤੇ ਇੰਨੀ ਦਿਨੀ ਤੁਹਾਡੇ ਪਾਪਾ ਕਿਸੇ ਕੰਮ ਲਈ ਕਿਸੇ ਹੋਰ ਦੇਸ਼ ਗਏ ਹੋਏ ਸਨ ਅਤੇ ਮੈਂ ਉਹਨਾਂ ਨੂੰ ਕੁਝ ਵੀ ਦੱਸ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਅਤੇ ਨਾ ਹੀ ਮੈਂ ਆਪਣੇ ਆਪ ਨੂੰ ਸ਼ਰਮਿੰਦਾ ਕਰਨਾ ਚਾਹੁੰਦੀ ਸੀ। ਇਸ ਲਈ ਮੈਂ ਇਕੱਲੇ ਹਾਲਾਤਾਂ ਨਾਲ ਲੜਦੀ ਰਹੀ। ਪਾਪਾ ਭ੍ਰਿਸ਼ਟ ਸਾਬਤ ਹੋ ਗਏ ਅਤੇ ਸਾਡੀ ਸਾਰੀ ਦੌਲਤ, ਇੱਥੋਂ ਤੱਕ ਕਿ ਸਾਡਾ ਘਰ ਜਿੱਥੇ ਅਸੀਂ ਰਹਿੰਦੇ ਸੀ, ਸਭ ਕੁਝ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਪਾਪਾ ਜੇਲ੍ਹ ਚਲੇ ਗਏ। ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਪਾਪਾ ਨੇ ਬਦਨਾਮੀ ਬਰਦਾਸ਼ਤ ਨਾ ਕਰ ਸਕਣ ਕਾਰਨ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ, ਪਰ ਅਸੀਂ ਸੜਕ ਤੇ ਆ ਗਏ ਸੀ। ਮੇਰੇ ਦਾਦਾ ਜੀ ਨੇ ਫੋਨ ਕਰਕੇ ਸਾਨੂੰ ਆਪਣੇ ਕੋਲ ਬੁਲਾਇਆ, ਪਰ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ, ਇਸ ਲਈ ਮੈਂ ਇਨਕਾਰ ਕਰ ਦਿੱਤਾ ਅਤੇ ਫਿਰ ਮੈਂ ਆਪਣੀ ਮਾਸੀ ਕੋਲ ਚਲੀ ਗਈ। ਮੈਂ ਉਸ ਨੂੰ ਪਹਿਲਾਂ ਕਦੇ ਨਹੀਂ ਮਿਲੀ ਅਤੇ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮਾਸੀ ਕੋਲ ਨਾ ਸਿਰਫ ਇੱਕ ਆਲੀਸ਼ਾਨ ਘਰ ਸੀ, ਸਗੋਂ 2 ਕਾਰਾਂ ਵੀ ਸਨ, ਪਰ ਫਿਰ ਵੀ ਉਹ ਹਰ ਸਾਲ ਮੇਰੇ ਪਿਤਾ ਜੀ ਤੋਂ ਵੱਡੀ ਰਕਮ ਲਿਆ ਕਰਦੀ ਸੀ। ਮੈਂ ਉਦਾਸ ਸੀ, ਪਰ ਉਸ ਸਮੇਂ ਅਸੀਂ ਪੂਰੀ ਤਰ੍ਹਾਂ ਮਾਸੀ ਦੇ ਰਹਿਮੋ ਕਰਮ ਤੇ ਸੀ, ਇਸ ਲਈ ਮੈਂ ਚੁੱਪ ਰਹੀ। ਪਰ ਮਾਸੀ ਕਿੰਨੀ ਦੇਰ ਤੱਕ ਸਹਿ ਸਕਦੀ ਸੀ। 2 ਮਹੀਨਿਆਂ ਬਾਅਦ ਉਸ ਨੇ ਕਿਹਾ ਕਿ ਤੁਸੀਂ ਆਪਣਾ ਪ੍ਰਬੰਧ ਕਿਤੇ ਹੋਰ ਕਰ ਲਓ। ਉਸ ਦੇ ਪਤੀ ਅਤੇ ਉਸ ਦੇ ਪੁੱਤਰ ਨੂੰ ਉਹਨਾਂ ਦੇ ਘਰ ਮੁਫਤ ਦੀਆਂ ਰੋਟੀਆਂ ਤੋੜਨ ਵਾਲੇ ਰਿਸ਼ਤੇਦਾਰ ਦਾ ਰਹਿਣਾ ਪਸੰਦ ਨਹੀਂ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਮੇਰੀ ਮਾਸੀ ਦਾ ਇਹ ਮੁੰਡਾ ਸਾਡੇ ਘਰ ਆ ਕੇ ਆਰਾਮ ਨਾਲ ਰਹਿੰਦਾ ਸੀ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਲੈ ਕੇ ਆਉਂਦਾ ਸੀ, ਪਰ ਅਸੀਂ ਕਦੇ ਮੱਥੇ ਵੱਟ ਨਹੀਂ ਪਾਇਆ ਸੀ ਅਤੇ ਅੱਜ ਉਹੀ ਸਾਨੂੰ ਮੁਫਤ ਦੀਆਂ ਰੋਟੀਆਂ ਤੋੜਨ ਵਾਲੇ ਕਹਿ ਰਹੇ ਸੀ ਅਤੇ ਸਾਡੇ ਮਾਸੜ ਜੀ ਸਾਨੂੰ ਆਪਣਾ ਬੱਚਾ ਬੱਚਾ ਕਹਿੰਦੇ ਨਹੀਂ ਥੱਕਦੇ ਸਨ ਜਿੰਨਾ ਚਿਰ ਸਾਡੇ ਕੋਲ ਦੌਲਤ ਸੀ। ਅਤੇ ਜਿਵੇਂ ਹੀ ਸਾਡੇ ਹਾਲਾਤ ਬਦਲੇ, ਉਹਨਾਂ ਨੇ ਸਾਨੂੰ ਆਪਣੇ ਘਰ ਵਿੱਚੋਂ ਕੱਢ ਦਿੱਤਾ। ਔਖੇ ਸਮਿਆਂ ਦੌਰਾਨ ਮੇਰੇ ਕਈ ਆਪਣਿਆਂ ਦੇ ਚਿਹਰੇ ਮੇਰੇ ਸਾਹਮਣੇ ਆ ਗਏ ਸਨ। ਮੈਂ ਆਪਣੀ ਭੈਣ ਅਤੇ ਭਰਾ ਨੂੰ ਲੈ ਕੇ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਈ ਅਤੇ ਇੱਕ ਕੰਪਨੀ ਵਿੱਚ ਨੌਕਰੀ ਕਰਨ ਲੱਗੀ। ਤਨਖਾਹ ਚੰਗੀ ਸੀ, 30,000 ਰੁਪਏ, ਪਰ ਮਕਾਨ ਦਾ ਕਿਰਾਇਆ 10,000 ਰੁਪਏ ਸੀ, ਤਾਂ ਅਸੀਂ ਬਾਕੀ ਦੇ 20,000 ਰੁਪਏ ਨਾਲ ਕਿਵੇਂ ਗੁਜ਼ਾਰਾ ਕਰ ਸਕਦੇ ਸੀ। ਇਸ ਲਈ ਮੈਂ ਵੀ ਪਾਰਟ ਟਾਈਮ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ ਅਤੇ ਨਾਲ-ਨਾਲ ਆਪਣੀ ਛੋਟੀ ਭੈਣ ਲਈ ਵੀ ਰਿਸ਼ਤਾ ਲੱਭਣ ਲੱਗ ਪਈ। ਇਸ ਸਮੇਂ ਮੇਰਾ ਭਰਾ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਰਿਹਾ ਸੀ ਅਤੇ ਮੈਨੂੰ ਉਸ ਦਾ ਭਵਿੱਖ ਤੈਅ ਕਰਨ ਤੋਂ ਬਾਅਦ ਆਪਣੇ ਬਾਰੇ ਸੋਚਣਾ ਸੀ। ਕੰਪਨੀ ਵਿੱਚ ਮੇਰੇ ਨਾਲ 2 ਕੁੜੀਆਂ ਕੰਮ ਕਰਦੀਆਂ ਸਨ ਜਿਨ੍ਹਾਂ ਦੀ ਤਨਖਾਹ ਮੇਰੇ ਬਰਾਬਰ ਸੀ, ਪਰ ਉਹਨਾਂ ਦੀ ਜ਼ਿੰਦਗੀ ਬਹੁਤ ਹਾਈ-ਫਾਈ ਸੀ। ਬ੍ਰਾਂਡਡ ਕੱਪੜੇ, ਬੈਗ, ਜੁੱਤੀ, ਸਭ ਕੁਝ ਉਸ ਲਈ ਮਹਿੰਗਾ ਸੀ। ਹੋਰ ਤਾਂ ਹੋਰ, ਦੋਵਾਂ ਕੋਲ 1 ਕਰੋੜ ਰੁਪਏ ਦੀ ਕਾਰ ਸੀ। ਉਹ ਦੋਵੇਂ ਪਾਰਟ ਟਾਈਮ ਨੌਕਰੀ ਕਰਦੀ ਸੀ, ਜਿਸ ਰਾਹੀਂ ਉਹ ਇੰਨੀ ਕਮਾਈ ਕਰਦੀ ਸੀ। ਜਦੋਂ ਮੈਂ ਉਸ ਨੂੰ ਪਾਰਟ ਟਾਈਮ ਨੌਕਰੀ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ। ਇੰਜ ਲੱਗਾ ਜਿਵੇਂ ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੋਵੇ। ਜਦੋਂ ਦੋਵਾਂ ਨੇ ਮੈਨੂੰ ਉਹ ਕੰਮ ਪੇਸ਼ ਕੀਤਾ ਤਾਂ ਮੈਂ ਨਾ ਕਰ ਦਿੱਤੀ, ਕਿਉਂਕਿ ਮੈਂ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦੀ ਸੀ। ਦੋਵਾਂ ਨੇ ਦੱਸਿਆ ਕਿ ਵੱਡੇ ਫੰਕਸ਼ਨਾਂ ਅਤੇ ਪਾਰਟੀਆਂ 'ਚ ਖੁਸਰਿਆਂ ਨੂੰ ਨਹੀਂ, ਸਗੋਂ ਡਾਂਸਰਾਂ ਕੁੜੀਆਂ ਨੂੰ ਬੁਲਾਇਆ ਜਾਂਦਾ ਹੈ, ਜਿਨ੍ਹਾਂ ਤੇ ਅਮੀਰ ਲੋਕ ਲੱਖਾਂ ਰੁਪਏ ਸੁੱਟਦੇ ਹਨ ਅਤੇ ਘੱਟ ਤੋਂ ਘੱਟ ਇੱਕ ਫੰਕਸ਼ਨ ਦਾ ਇੱਕ ਕੁੜੀ ਦੇ ਹਿੱਸੇ ਵਿੱਚ 50,000 ਰੁਪਏ ਆ ਜਾਂਦਾ ਹੈ। ਅਤੇ ਜੇਕਰ ਤੁਸੀਂ ਰੋਜ਼ਾਨਾ ਫੰਕਸ਼ਨ ਤੇ ਜਾਂਦੇ ਹੋ ਤਾਂ ਤੁਸੀਂ ਆਸਾਨੀ ਨਾਲ ਪ੍ਰਤੀ ਮਹੀਨਾ 1.5 ਕਰੋੜ ਰੁਪਏ ਤੱਕ ਕਮਾ ਸਕਦੇ ਹੋ। ਹਾਂ, ਕਦੇ-ਕਦੇ ਤੁਹਾਨੂੰ ਕਿਸੇ ਸਮਾਗਮ ਵਿੱਚ ਆਪਣੀ ਇੱਜ਼ਤ ਦਾਅ ਤੇ ਲਾਉਣੀ ਪੈ ਸਕਦੀ ਹੈ, ਪਰ ਇਸ ਵਿੱਚ ਹਰਜ ਕੀ ਹੈ? ਜੇ ਕਰੋੜਾਂ ਰੁਪਏ ਦਾ ਸਵਾਲ ਸੀ ਤਾਂ ਮੈਨੂੰ ਪੈਸਿਆਂ ਦੀ ਲੋੜ ਸੀ, ਪਰ ਮੈਂ ਇਸ ਲਈ ਅਜਿਹਾ ਘਿਨੌਣਾ ਕੰਮ ਨਹੀਂ ਕਰ ਸਕਦੀ ਸੀ। ਪਰ ਅਚਾਨਕ ਛੋਟੀ ਭੈਣ ਦਾ ਬਹੁਤ ਵਧੀਆ ਰਿਸ਼ਤਾ ਮਿਲ ਗਿਆ। ਲੜਕੇ ਦਾ ਨਾਮ ਸਮਿਤ ਸੀ ਅਤੇ ਉਹ ਇੱਕ ਅਮਰੀਕਾ ਦੀ ਕੰਪਨੀ ਵਿੱਚ ਇੰਜੀਨੀਅਰ ਵਜੋਂ ਕੰਮ ਕਰਦਾ ਸੀ। ਉਸਦੇ ਮਾਂ-ਪਿਓ ਨਹੀਂ ਸਨ, ਇੱਕ ਭੈਣ ਸੀ। ਉਸਨੇ ਇਹ ਰਿਸ਼ਤਾ ਦਿੱਤਾ ਸੀ। ਲੜਕਾ ਦਾਜ ਲੈਣ ਤੋਂ ਇਨਕਾਰ ਕਰ ਰਿਹਾ ਸੀ, ਪਰ ਲੜਕੇ ਦੀ ਭੈਣ ਦਾਜ ਤੋਂ ਬਿਨਾਂ ਵਿਆਹ ਕਰਨ ਲਈ ਰਾਜ਼ੀ ਨਹੀਂ ਸੀ। ਸੋ ਭਾਰੀ ਮਨ ਨਾਲ ਮੈਂ ਉਸੇ ਲੜਕੀ ਨਾਲ ਗੱਲ ਕੀਤੀ ਜੋ ਮੇਰੇ ਦਫ਼ਤਰ ਵਿੱਚ ਕੰਮ ਕਰਦੀ ਸੀ ਅਤੇ ਫਿਰ ਮੈਂ ਉਸ ਨਾਲ ਇੱਕ ਫੰਕਸ਼ਨ ਵਿੱਚ ਗਈ। ਮੈਨੂੰ 50,000 ਰੁਪਏ ਮਿਲੇ ਸਨ ਜੋ ਮੈਂ ਆਪਣੀ ਭੈਣ ਨੂੰ ਵਿਦਾ ਕਰਦੇ ਹੋਏ ਉਸਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਸਨ ਅਤੇ ਜਦੋਂ ਉਹ ਅਮਰੀਕਾ ਚਲੀ ਗਈ ਤਾਂ ਮੇਰਾ ਬੋਝ ਥੋੜਾ ਹਲਕਾ ਹੋ ਗਿਆ। ਪਰ ਹੁਣ ਉਹ ਕੁੜੀਆਂ ਮੈਨੂੰ ਮਜਬੂਰ ਕਰ ਰਹੀਆਂ ਸਨ ਕਿ ਇਹ ਕੰਮ ਹੁਣ ਰੈਗੂਲਰ ਕਰੋ, ਪਰ ਮੇਰਾ ਜ਼ਮੀਰ ਮੈਨੂੰ ਇਹ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਸੀ। ਪਰ ਜਦੋਂ ਮੇਰੇ ਛੋਟੇ ਭਰਾ ਦੀ ਆਖਰੀ ਸਮੈਸਟਰ ਦੀ ਫੀਸ ਮੇਰੇ ਧਿਆਨ ਵਿੱਚ ਆਈ ਤਾਂ ਮੈਨੂੰ ਮਜਬੂਰਨ ਇੱਕ ਹੋਰ ਫੰਕਸ਼ਨ ਕਰਨਾ ਪਿਆ ਅਤੇ ਮੇਰੇ ਭਰਾ ਦੀ ਡਿਗਰੀ ਪੂਰੀ ਹੋ ਗਈ। ਇਸ ਦੌਰਾਨ ਤੁਹਾਡੇ ਪਿਤਾ ਮੇਰੇ ਨਾਲ ਲਗਾਤਾਰ ਸੰਪਰਕ ਵਿੱਚ ਸਨ ਅਤੇ ਸਿਰਫ ਇਹ ਜਾਣਦੇ ਸਨ ਕਿ ਮੈਂ ਕੰਪਨੀ ਵਿੱਚ ਕੰਮ ਕਰ ਰਹੀ ਹਾਂ, ਇਸੇ ਲਈ ਉਹ ਮੈਨੂੰ ਹੱਲਾਸ਼ੇਰੀ ਦਿੰਦੇ ਸੀ। ਜਦੋਂ ਛੋਟੇ ਭਰਾ ਦੀ ਗ੍ਰੈਜੂਏਸ਼ਨ ਪੂਰੀ ਹੋ ਗਈ ਤਾਂ ਉਸ ਨੇ ਜਿੱਦ ਕਰ ਲਈ ਕਿ ਉਹ ਨੌਕਰੀ ਨਹੀਂ ਕਰੇਗਾ, ਆਪਣਾ ਕਾਰੋਬਾਰ ਸ਼ੁਰੂ ਕਰੇਗਾ, ਜਿਸ ਲਈ 1 ਕਰੋੜ
ਰੁਪਏ ਦੀ ਲੋੜ ਹੋਵੇਗੀ। ਪਹਿਲਾਂ ਤਾਂ ਮੈਂ ਉਸ ਨੂੰ ਬਹੁਤ ਸਮਝਾਇਆ, ਪਰ ਜਦੋਂ ਉਹ ਨਾ ਸਮਝਿਆ ਤਾਂ ਮੈਂ ਲਗਾਤਾਰ ਫੰਕਸ਼ਨ ਕਰਨ ਲੱਗ ਪਈ। ਉਹ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਕਾਲੀ ਰਾਤ ਸੀ। ਮੈਂ ਉਸ ਫੰਕਸ਼ਨ ਵਿੱਚ ਨੱਚ ਰਹੀ ਸੀ ਜਦੋਂ ਉਸ ਹਵੇਲੀ ਦੇ ਮਾਲਕ ਨੇ ਮੇਰੇ ਵੱਲ ਇਸ਼ਾਰਾ ਕੀਤਾ ਅਤੇ ਆਪਣੇ ਖਾਸ ਆਦਮੀ ਦੇ ਕੰਨ ਵਿੱਚ ਕੁਝ ਕਿਹਾ। ਫੰਕਸ਼ਨ ਖਤਮ ਹੋਣ ਤੋਂ ਬਾਅਦ ਮੈਂ ਪੈਸੇ ਇਕੱਠੇ ਕਰਕੇ ਘਰ ਆ ਰਹੀ ਸੀ ਕਿ ਇੱਕ ਵਿਅਕਤੀ ਨੇ ਮੇਰਾ ਮੂੰਹ ਦਬਾ ਕੇ ਮੈਨੂੰ ਹਨੇਰੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਕਮਰੇ ਨੂੰ ਬਾਹਰੋਂ ਤਾਲਾ ਲਗਾ ਦਿੱਤਾ। ਮੈਂ ਦਰਵਾਜ਼ਾ ਖੜਕਾਉਂਦੀ ਰਹੀ, ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਕੁਝ ਦੇਰ ਬਾਅਦ ਘਰ ਦਾ ਮਾਲਕ ਕਮਰੇ ਅੰਦਰ ਆਇਆ। ਉਹ ਕਰੀਬ 60-65 ਸਾਲ ਦਾ ਬਜ਼ੁਰਗ ਸੀ। ਉਸ ਦੇ ਚਿਹਰੇ ਤੇ ਜ਼ੁਲਮ ਝਲਕ ਰਿਹਾ ਸੀ। ਉਹ ਰਾਤ ਮੇਰੇ ਲਈ ਤਬਾਹੀ ਦੀ ਰਾਤ ਸੀ। ਸਵੇਰ ਤੱਕ ਮੇਰੀ ਇੱਜ਼ਤ ਲੁੱਟ ਚੁੱਕੀ ਸੀ। ਮੈਂ ਕਿਸੇ ਤਰ੍ਹਾਂ ਆਪਣੇ ਆਪ ਤੇ ਕਾਬੂ ਪਾਇਆ ਅਤੇ ਘਰ ਵਾਪਸ ਆ ਗਈ ਅਤੇ ਇੱਕ ਦੀ ਥਾਂ 2 ਕਰੋੜ ਰੁਪਏ ਆਪਣੇ ਛੋਟੇ ਭਰਾ ਨੂੰ ਦੇ ਦਿੱਤੇ, ਜਿਸ ਨਾਲ ਉਸਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ। ਉਸਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਇੰਨੀ ਵੱਡੀ ਤਰੱਕੀ ਕਰ ਲਈ ਸੀ। ਫਿਰ ਉਸਨੇ ਆਪਣੀ ਨਿੱਜੀ ਸਕੱਤਰ ਨਾਲ ਵਿਆਹ ਕਰ ਲਿਆ। ਜਦੋਂ ਤੱਕ ਮੇਰਾ ਫਰਜ਼ ਖਤਮ ਹੋਇਆ, ਮੈਂ ਆਪਣੀ ਸਭ ਤੋਂ ਕੀਮਤੀ ਚੀਜ਼ ਗਵਾ ਚੁੱਕੀ ਸੀ। ਮੇਰੀ ਤਾਂ ਹੁਣ ਜੀਣ ਦੀ ਇੱਛਾ ਵੀ ਖਤਮ ਹੋ ਗਈ ਸੀ। ਪਰ ਉਨੀ ਦਿਨੀ ਮੇਰੇ ਸੱਸ ਸਹੁਰਾ ਮੇਰੇ ਵਿਆਹ ਦੀ ਤਰੀਕ ਲੈਣ ਆ ਗਏ ਸਨ। ਪਰ ਅਚਾਨਕ ਤੇਰੇ ਪਿਤਾ ਨੇ ਮੇਰੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਕਿਸੇ ਨੇ ਉਸ ਨੂੰ ਪਾਰਟੀ 'ਚ ਮੇਰੇ ਡਾਂਸ ਕਰਨ ਦੀਆਂ ਸਾਰੀਆਂ ਵੀਡੀਓਜ਼ ਅਤੇ ਕੁਝ ਫੋਟੋਆਂ ਭੇਜ ਦਿੱਤੀਆਂ ਸਨ। ਉਹਨਾਂ ਫੋਟੋਆਂ ਵਿੱਚ ਮੈਂ ਉਸੇ ਬੁੱਢੇ ਨਾਲ ਬਹੁਤ ਗੰਦੀ ਹਾਲਤ ਵਿੱਚ ਸੀ, ਜਿਸ ਤੋਂ ਬਾਅਦ ਉਹ ਮੇਰੀ ਸ਼ਕਲ ਦੇਖਣਾ ਵੀ ਨਹੀਂ ਚਾਹੁੰਦੇ ਸੀ। ਅਤੇ ਜਦੋਂ ਮੇਰੇ ਸੱਸ ਸਹੁਰੇ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਵੀ ਬਹੁਤ ਗੁੱਸੇ ਵਿੱਚ ਸਨ। ਪਰ ਮੈਂ ਉਹਨਾਂ ਦੇ ਪੈਰੀਂ ਪੈ ਕੇ ਮਾਫੀ ਮੰਗ ਲਈ ਸੀ। ਮੈਂ ਕਿਹਾ, ਮੇਰੇ ਨਾਲ ਜੋ ਵੀ ਹੋਇਆ ਉਹ ਜ਼ਬਰਦਸਤੀ ਕੀਤਾ ਗਿਆ। ਹਾਂ, ਮੈਂ ਆਪਣੀ ਮਰਜ਼ੀ ਨਾਲ ਪਾਰਟੀਆਂ ਵਿੱਚ ਨੱਚਦੀ ਸੀ, ਪਰ ਇਹ ਵੀ ਮੇਰੀ ਮਜਬੂਰੀ ਸੀ। ਮੇਰੀ ਬੇਵਸੀ ਨੂੰ ਦੇਖ ਕੇ ਤੇਰੇ ਦਾਦਾ ਦਾਦੀ ਨੇ ਮੈਨੂੰ ਮਾਫ ਕਰ ਦਿੱਤਾ ਸੀ, ਪਰ ਤੇਰੇ ਪਿਤਾ ਜੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਸਨ। ਅਸਲ ਵਿੱਚ ਉਹ ਮੇਰੇ ਨਾਲ ਵਿਆਹ ਕਰਨ ਲਈ ਵੀ ਤਿਆਰ ਨਹੀਂ ਸਨ ਤੇ ਦੂਜੇ ਪਾਸੇ ਮੇਰੇ ਭਰਾ ਦੀ ਪਤਨੀ ਨੂੰ ਵੀ ਮੇਰੀ ਮੌਜੂਦਗੀ ਬੁਰੀ ਲੱਗਣ ਲੱਗ ਪਈ ਸੀ ਅਤੇ ਉਸ ਦੀਆਂ ਗੱਲਾਂ ਸੁਣ ਕੇ ਮੇਰੇ ਆਪਣੇ ਭਰਾ ਨੇ ਮੈਨੂੰ ਕਈ ਵਾਰ ਘਰ ਛੱਡਣ ਲਈ ਕਿਹਾ ਸੀ। ਉਸ ਲਈ ਮੈਂ ਆਪਣੀ ਇੱਜ਼ਤ, ਪਿਆਰ, ਭਵਿੱਖ ਦਾ ਤੇ ਲਾ ਦਿੱਤਾ ਸੀ। ਉਸਨੇ ਮੈਨੂੰ ਇਹ ਵੀ ਕਹਿ ਦਿੱਤਾ ਸੀ ਕਿ ਜਲਦੀ ਤੋਂ ਜਲਦੀ ਵਿਆਹ ਕਰਵਾ ਕੇ ਇੱਥੋਂ ਚਲੀ ਜਾ। ਮੇਰੀ ਹਾਲਤ ਦੇਖ ਕੇ ਤੇਰੇ ਦਾਦਾ ਦਾਦੀ ਨੇ ਤੁਹਾਡੇ ਪਿਤਾ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਮੇਰੇ ਨਾਲ ਵਿਆਹ ਕਰਵਾ ਦਿੱਤਾ, ਪਰ ਉਹ ਬਿਲਕੁਲ ਵੀ ਖੁਸ਼ ਨਹੀਂ ਸਨ। ਸਾਡੇ ਵਿਆਹ ਦੀ ਪਹਿਲੀ ਰਾਤ ਹੀ ਉਸਨੇ ਮੈਨੂੰ ਬੇਸਵਾ ਕਹਿ ਕੇ ਮੇਰਾ ਦਿਲ ਤੋੜ ਦਿੱਤਾ ਸੀ। ਮੇਰੇ ਲਈ ਉਸ ਦੇ ਦਿਲ ਵਿੱਚ ਜੋ ਪਿਆਰ ਸੀ ਉਹ ਖਤਮ ਹੋ ਗਿਆ ਸੀ, ਪਰ ਮੈਂ ਕਿਸੇ ਵੀ ਕੀਮਤ ਤੇ ਆਪਣਾ ਰਿਸ਼ਤਾ ਬਚਾਉਣਾ ਚਾਹੁੰਦੀ ਸੀ। ਮੈਂ ਜੋ ਵੀ ਕੀਤਾ ਉਹ ਮਜਬੂਰੀ ਵਿੱਚ ਕੀਤਾ ਸੀ ਅਤੇ ਮੈਂ ਇਸ ਸਭ ਲਈ ਬਹੁਤ ਸ਼ਰਮਿੰਦਾ ਸੀ ਅਤੇ ਆਪਣੇ ਰੱਬ ਤੋਂ ਅਤੇ ਤੁਹਾਡੇ ਪਿਤਾ ਜੀ ਤੋਂ ਵੀ ਰੋ ਰੋ ਕੇ ਮਾਫੀ ਮੰਗੀ ਸੀ। ਪਰ ਸ਼ਾਇਦ ਰੱਬ ਨੇ ਮੈਨੂੰ ਮਾਫ ਕਰ ਦਿੱਤਾ ਸੀ, ਪਰ ਤੇਰੇ ਪਿਤਾ ਜੀ ਨੇ ਮੈਨੂੰ ਮਾਫ ਨਹੀਂ ਕੀਤਾ ਸੀ। ਉਹ ਹਮੇਸ਼ਾ ਕੰਮ ਦੇ ਬਹਾਨੇ ਘਰੋਂ ਗਾਇਬ ਹੋ ਜਾਂਦੇ ਸੀ ਅਤੇ ਮੈਂ ਤੇਰੇ ਪਾਪਾ ਦੇ ਪਿਆਰ ਨੂੰ ਤਰਸਦੀ ਰਹਿੰਦੀ ਸੀ। ਅਤੇ ਦੂਜੇ ਪਾਸੇ ਤੁਸੀਂ ਦੋਵੇਂ ਬੱਚੇ ਵੀ ਆਪਣੇ ਪਿਤਾ ਦੇ ਪਰਛਾਵੇਂ ਤੋਂ ਵਾਂਝੇ ਰਹਿੰਦੇ ਸਨ। ਮੈਂ ਸੋਚਦੀ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਹੈ। ਉਸ ਦਾ ਗੁੱਸਾ ਥੋੜੇ ਸਮੇਂ ਅਤੇ ਦਿਖਾਵੇ ਦਾ ਹੈ, ਪਰ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਦੇ ਦਿਲ ਵਿੱਚ ਪਿਆਰ ਨਹੀਂ ਸੀ, ਜਿਸ ਦਾ ਮਤਲਬ ਸੀ ਕਿ ਪਿਆਰ ਕਦੇ ਕਰਦੇ ਹੀ ਨਹੀਂ ਸੀ। ਅਤੇ ਜਦੋਂ ਉਸਨੇ ਦੁਬਾਰਾ ਵਿਆਹ ਕੀਤਾ ਤਾਂ ਇਹ ਸਾਬਤ ਹੋ ਗਿਆ ਕਿ ਉਸ ਨੂੰ ਮੇਰੇ ਵੱਲ ਖਿੱਚ ਸੀ। ਯੂਨੀਵਰਸਿਟੀ ਵਿੱਚ ਹਰ ਲੜਕੇ ਲੜਕੀਆਂ ਨੂੰ ਹੋ ਹੀ ਜਾਂਦਾ ਹੈ। ਉਹਨਾਂ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ, ਇਸ ਲਈ ਮੇਰੇ ਕੋਲ ਰਹਿਣ ਲਈ ਕੋਈ ਥਾਂ ਨਹੀਂ ਸੀ। ਆਪਣੇ ਭਰਾ ਦੇ ਘਰ ਜਾਣ ਲਈ ਮਜਬੂਰ ਹੋਣਾ ਪਿਆ। ਬਹੁਤ ਹੀ ਠੰਡੇ ਅਤੇ ਕਠੋਰ ਰਵੱਈਏ ਨਾਲ ਮੇਰਾ ਸਵਾਗਤ ਕੀਤਾ ਗਿਆ। ਜਦੋਂ ਮੇਰੇ ਭਰਾ ਦੀ ਪਤਨੀ ਨੂੰ ਪਤਾ ਲੱਗਾ ਕਿ ਮੈਂ ਇੱਥੇ ਪੱਕੇ ਤੌਰ ਤੇ ਆਈ ਹਾਂ ਤਾਂ ਉਸਨੇ ਕਾਫੀ ਹੰਗਾਮਾ ਕੀਤਾ। ਭਰਾ ਨੇ ਮੈਨੂੰ ਘਰ ਛੱਡਣ ਲਈ ਕਿਹਾ, ਪਰ ਕਾਫੀ ਹੱਥ ਪੈਰ ਜੋੜਨ ਤੋਂ ਬਾਅਦ ਮੈਂ ਉਹਨਾਂ ਦੇ ਨੌਕਰ ਕੁਆਟਰ ਵਿੱਚ ਰੁਕ ਗਈ। ਭਰਾ ਦਾ ਕਾਰੋਬਾਰ ਬਹੁਤ ਫੈਲਿਆ ਹੋਇਆ ਸੀ, ਪਰ ਉਹ ਮੈਨੂੰ 2 ਵਕਤ ਦੀ ਰੋਟੀ ਵੀ ਨਹੀਂ ਖਵਾ ਸਕਦਾ ਸੀ। ਇਸੇ ਲਈ ਅੱਜ ਮੈਂ ਰੋਜ਼ਗਾਰ ਦੀ ਭਾਲ ਵਿੱਚ ਸੜਕਾਂ ਤੇ ਘੁੰਮਦੀ ਹਾਂ। ਜਦੋਂ ਮੈਂ ਆਪਣੀ ਭੈਣ ਨੂੰ ਫੋਨ ਕਰਦੀ ਹਾਂ ਤਾਂ ਉਹ ਕਹਿੰਦੀ ਹੈ, ਭੈਣ ਸਿਰ ਨਾ ਖਾਓ, ਆਪਣੀ ਜ਼ਿੰਦਗੀ ਜੀਓ ਅਤੇ ਸਾਨੂੰ ਵੀ ਜੀਣ ਦਿਓ। ਜਿਨ੍ਹਾਂ ਲਈ ਮੈਂ ਬਰਬਾਦ ਹੋਈ ਹਾਂ ਉਹ ਮੇਰੀ ਗੱਲ ਸੁਣਨ ਜਾਂ ਮੇਰਾ ਮੂੰਹ ਦੇਖਣਾ ਵੀ ਨਹੀਂ ਚਾਹੁੰਦੇ। ਮਾਂ ਦੀ ਕਹਾਣੀ ਸੁਣ ਕੇ ਮੈਂ ਰੋ ਪਈ।
ਉਹਨਾਂ ਨਾਲ ਸੱਚਮੁੱਚ ਕਿੰਨਾ ਬੁਰਾ ਹੋਇਆ। ਉਹਦੀ ਭੈਣ ਤੇ ਭਰਾ ਕਿੰਨੇ ਨਾ ਸ਼ੁਕਰੇ ਸਨ ਜਿਨ੍ਹਾਂ ਨੇ ਮੇਰੀ ਮਾਂ ਦੀ ਕਮਾਈ ਖਾਧੀ ਸੀ, ਅਤੇ ਜਦੋਂ ਉਸ ਨੂੰ ਖਵਾਉਣ ਦੀ ਵਾਰੀ ਆਈ ਤਾਂ ਉਹ 9 2 11 ਹੋ ਗਏ। ਮਾਂ ਕੋਲ ਬੈਠੀ ਨੂੰ ਕਾਫੀ ਸਮਾਂ ਹੋ ਗਿਆ ਸੀ, ਇਸ ਲਈ ਮੈਂ ਵਾਪਸ ਜਾਣਾ ਚਾਹੁੰਦੀ ਸੀ। ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਆਪਣੀ ਮਾਂ ਕੋਲ ਰਹਾਂ, ਪਰ ਉਸਦੇ ਕੋਲ ਤਾਂ ਆਪਦੇ ਰਹਿਣ ਲਈ ਕੋਈ ਥਾਂ ਨਹੀਂ ਸੀ। ਮੈਂ ਕਿੱਥੋਂ ਉਸ ਤੇ ਬੋਝ ਬਣਦੀ। ਫਿਰ ਮੈਂ ਆਪਣੀ ਮਾਂ ਨੂੰ ਸਬਜ਼ੀ ਲਈ ਰੱਖੇ ਪੈਸੇ ਨਾਲ ਖਾਣਾ ਖਵਾਇਆ ਅਤੇ ਆਪ ਖਾਲੀ ਹੱਥ ਘਰ ਚਲੀ ਆਈ। ਜਿੱਥੇ ਮੈਂ ਆਪਣੀ ਮਾਂ ਤੋਂ ਇੰਨਾ ਕੁਝ ਸੁਣਦੀ ਹਾਂ, ਥੋੜਾ ਹੋਰ ਬਰਦਾਸ਼ਤ ਕਰ ਲਵਾਂਗੀ, ਪਰ ਜਿਵੇਂ ਹੀ ਮੈਂ ਘਰ ਵਿੱਚ ਵੜੀ ਤਾਂ ਇਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮਾਂ ਨੀਲਮ ਅਤੇ ਉਸਦਾ ਮੌਜੂਦਾ ਦੋਸਤ ਫਰਸ਼ ਤੇ ਬੇਜਾਨ ਪਏ ਸਨ ਅਤੇ ਪਿਤਾ ਜੀ ਸੋਫੇ ਤੇ ਸਿਰ ਫੜ ਕੇ ਬੈਠੇ ਸਨ। ਘਰ ਵਿੱਚ ਤਬਾਹੀ ਮਚ ਗਈ ਸੀ। ਮੈਂ ਜਾਣ ਵੇਲੇ ਦਰਵਾਜ਼ਾ ਬੰਦ ਕਰਨਾ ਭੁੱਲ ਗਈ ਸੀ। ਪਾਪਾ ਨੇ ਅਚਾਨਕ ਆ ਕੇ ਮਾਂ ਨੀਲਮ ਨੂੰ ਆਪਣੇ ਪ੍ਰੇਮੀ ਨਾਲ ਰੰਗੇ ਹੱਥੀਂ ਫੜ ਲਿਆ ਅਤੇ ਫਿਰ ਅਜਿਹਾ ਕੀਤਾ ਜੋ ਅਜੇ ਮੌਕੇ ਤੇ ਕੀਤਾ ਜਾਂਦਾ ਹੈ। ਪਾਪਾ ਨੇ ਮਾਂ ਨੀਲਮ ਅਤੇ ਉਸ ਦੇ ਪ੍ਰੇਮੀ ਨੂੰ ਠੰਡਾ ਕਰ ਦਿੱਤਾ ਸੀ। ਪਾਪਾ ਨੇ ਮੇਰੇ ਵੱਲ ਦੇਖਿਆ ਅਤੇ ਮੈਨੂੰ ਚੁੱਪ ਰਹਿਣ ਲਈ ਕਿਹਾ ਅਤੇ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਦਰਵਾਜ਼ਾ ਬੰਦ ਕਰਕੇ ਇੱਕ ਕੋਨੇ ਵਿੱਚ ਬੈਠ ਗਈ, ਆਪਣੇ ਮੂੰਹ ਤੇ ਹੱਥ ਰੱਖ ਕੇ ਆਪਣੀ ਚੀਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਉੱਥੇ ਬੈਠੀ ਮੈਂ ਪਾਪਾ ਦੀਆਂ ਸਾਰੀਆਂ ਹਰਕਤਾਂ ਨੂੰ ਦੇਖ ਰਹੀ ਸੀ। ਪਾਪਾ ਨੇ ਵਿਹੜੇ ਵਿੱਚ ਇੱਕ ਟੋਹਾ ਪੁੱਟਿਆ ਅਤੇ ਉਸ ਵਿੱਚ ਦੋਨਾਂ ਨੂੰ ਪਾ ਦਿੱਤਾ ਅਤੇ ਫਿਰ ਉਸ ਨੂੰ ਮਿੱਟੀ ਨਾਲ ਢੱਕ ਦਿੱਤਾ ਅਤੇ ਇਸ ਤਰ੍ਹਾਂ ਘਾਹ ਲਾ ਦਿੱਤਾ ਜਿਵੇਂ ਉਹ ਜਗ੍ਹਾ ਕਦੇ ਪੱਟੀ ਵੀ ਨਾ ਹੋਵੇ। ਪਾਪਾ ਨੇ ਆਪਣੇ ਗੁਨਾਹ ਦੇ ਸਾਰੇ ਸਬੂਤ ਨਸ਼ਟ ਕਰ ਦਿੱਤੇ ਸਨ। ਪਾਪਾ ਨੇ ਕਿਹਾ, ਮੈਂ ਤਾਂ ਉਸ ਔਰਤ ਨੂੰ ਬਹੁਤ ਹੀ ਸ਼ਰੀਫ ਸਮਝਦਾ ਸੀ, ਪਰ ਉਹ ਬਹੁਤ ਗੰਦੀ ਔਰਤ ਨਿਕਲੀ। ਉਸ ਦਿਨ ਪਾਪਾ ਪਹਿਲੀ ਵਾਰ ਇੰਨੇ ਬੋਲੇ ਸੀ। ਪਾਪਾ ਨੇ ਕਿਹਾ, ਮੈਂ ਤੇਰੀ ਮਾਂ ਨੂੰ ਇਸ ਲਈ ਛੱਡ ਦਿੱਤਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਸਨੇ ਆਪਣੀ ਮਰਜ਼ੀ ਨਾਲ ਆਪਣੀ ਇੱਜ਼ਤ ਦਾ ਵਪਾਰ ਕੀਤਾ ਸੀ ਅਤੇ ਸ਼ਾਇਦ ਰੱਬ ਨੇ ਮੈਨੂੰ ਇਸ ਗੱਲ ਦੀ ਸਜ਼ਾ ਦਿੱਤੀ ਸੀ ਕਿ ਮੇਰੀ ਕਿਸਮਤ ਵਿੱਚ ਇੱਕ ਗੰਦੀ ਔਰਤ ਲਿਖ ਦਿੱਤੀ ਗਈ ਸੀ। ਨੀਲਮ ਇਸ ਘਰ ਵਿੱਚ ਦਬੀ ਹੋਈ ਸੀ ਅਤੇ ਸੌਂਦਿਆਂ ਹੀ ਮੈਂ ਡਰ ਜਾਂਦੀ ਸੀ ਅਤੇ ਗੱਲਾਂ ਮਾਰਨ ਲੱਗ ਜਾਂਦੀ ਸੀ। ਫਿਰ ਪਾਪਾ ਨੇ ਮੇਰੇ ਲਈ ਇੰਤਜ਼ਾਮ ਕਰਨ ਬਾਰੇ ਸੋਚਿਆ, ਨਹੀਂ ਤਾਂ ਮੈਂ ਉਸ ਦਾ ਪਰਦਾਫਾਸ਼ ਕਰ ਸਕਦੀ ਸੀ। ਪਾਪਾ ਨੇ ਅਗਲੇ ਦਿਨ ਹੀ ਕਿਰਨ ਆਂਟੀ ਨੂੰ ਬੁਲਾਇਆ ਅਤੇ ਮੇਰਾ ਬੇਟੇ ਨਾਲ ਕਰਵਾ ਦਿੱਤਾ। ਕਿਰਨ ਆਂਟੀ ਦੀਆਂ ਅੱਖਾਂ ਮੈਨੂੰ ਅਜੀਬ ਅਤੇ ਬਹੁਤ ਖਤਰਨਾਕ ਲੱਗ ਰਹੀਆਂ ਸਨ ਅਤੇ ਮੈਨੂੰ ਉਸ ਤੋਂ ਬਹੁਤ ਡਰ ਲੱਗ ਰਿਹਾ ਸੀ, ਪਰ ਮੈਂ ਆਪਣੇ ਪਿਤਾ ਜੀ ਨੂੰ ਇਨਕਾਰ ਨਹੀਂ ਕਰ ਸਕਦੀ ਸੀ। ਫਿਰ ਇੱਕ ਦਿਨ ਮੈਨੂੰ ਨਿਹਾਲ ਨਾਲ ਵਿਦਾ ਕਰ ਦਿੱਤਾ ਗਿਆ। ਪਹਿਲੀ ਰਾਤ ਹੀ ਮੈਨੂੰ ਪਤਾ ਸੀ ਕਿ ਨਿਹਾਲ ਬਹੁਤ ਸੋਹਣਾ ਸੀ, ਪਰ ਥੋੜਾ ਸਖਤ ਸੀ। ਅਤੇ ਹੋਰ ਗੱਲ, ਜਿਵੇਂ ਮੈਨੂੰ ਪਤਾ ਲੱਗਾ ਕਿ ਨਿਹਾਲ ਕਿਰਨ ਮਾਸੀ ਦਾ ਸੌਤੇਲਾ ਪੁੱਤਰ ਸੀ। ਜਦੋਂ ਕਿਰਨ ਆਂਟੀ ਦਾ ਵਿਆਹ ਹੋਇਆ, ਨਿਹਾਲ 3 ਸਾਲ ਦਾ ਸੀ ਅਤੇ ਆਪਣੀ ਮਾਂ ਨੂੰ ਗਵਾ ਚੁੱਕਾ ਸੀ। ਉਦੋਂ ਤੋਂ ਕਿਰਨ ਆਂਟੀ ਉਸ ਦੀ ਮਾਂ ਸੀ। ਨਿਹਾਲ ਦੇ ਘਰ ਦੇ 2 ਹਿੱਸੇ ਸਨ, ਇੱਕ ਵਿੱਚ ਉਸਦਾ 14 ਸਾਲ ਦਾ ਪੁੱਤਰ ਤੇ ਕਿਰਨ ਆਂਟੀ ਰਹਿੰਦੇ ਸੀ, ਪਰ ਕਿਸੇ ਨੂੰ ਵੀ ਕਿਰਨ ਆਂਟੀ ਦੇ ਹਿੱਸੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ ਕਿਉਂਕਿ ਕਿਰਨ ਆਂਟੀ ਦੇ ਬਿਆਨ ਅਨੁਸਾਰ ਉਹ ਬਹੁਤ ਪਵਿੱਤਰ ਹਿੱਸਾ ਸੀ ਅਤੇ ਕੇਵਲ ਪਵਿੱਤਰ ਲੋਕ ਅਤੇ ਰੂਹਾਂ ਲਈ ਸੀ। ਆਂਟੀ ਕਿਰਨ ਦੀਆਂ ਨਜ਼ਰਾਂ ਵਿੱਚ ਉਸ ਤੋਂ ਇਲਾਵਾ ਕੋਈ ਪਵਿੱਤਰਤਾ ਜਾਂ ਸ਼ੁੱਧਤਾ ਨਹੀਂ ਸੀ, ਇਸੇ ਲਈ ਕੋਈ ਉਹਨਾਂ ਦੇ ਹਿੱਸੇ ਵਿੱਚ ਵੀ ਨਹੀਂ ਜਾਂਦਾ ਸੀ। ਦੂਸਰਾ ਹਿੱਸਾ ਨਿਹਾਲ ਦਾ ਸੀ ਅਤੇ ਆਂਟੀ ਦੇ ਨਾਲ ਨਾਲ ਉਸ ਦਾ ਪੁੱਤਰ ਵੀ ਜ਼ਿਆਦਾਤਰ ਨਿਹਾਲ ਦੇ ਹਿੱਸੇ ਵਿੱਚ ਹੀ ਮਿਲਦਾ ਸੀ ਅਤੇ ਜੋ ਵੀ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ ਉੱਥੇ ਆ ਕੇ ਉਹਨਾਂ ਨੂੰ ਮਿਲ ਜਾਂਦਾ ਸੀ। ਮੈਂ ਇਸ ਘਰ ਵਿੱਚ ਬਹੁਤ ਜਲਦੀ ਐਡਜਸਟ ਹੋ ਗਈ ਅਤੇ ਮੇਰੀ ਦੋਸਤੀ ਮੇਰੇ 14 ਸਾਲਾ ਦਿਓਰ ਨਾਲ ਹੋ ਗਈ ਸੀ। ਵਿੱਕੀ ਨੂੰ ਮੇਰੇ ਨਾਲ ਬਹੁਤ ਲਗਾਵ ਹੋ ਗਿਆ ਸੀ ਅਤੇ ਉਹ ਮੇਰੇ ਸਾਰੇ ਕੰਮ ਭੱਜ ਕੇ ਕਰਦਾ ਸੀ। ਅਸੀਂ ਦੋਵੇਂ ਇਕੱਠੇ ਖੇਡਦੇ ਅਤੇ ਇਕੱਠੇ ਖਾਂਦੇ ਸੀ, ਪਰ ਨਿਹਾਲ ਮੈਨੂੰ ਵਿੱਕੀ ਤੋਂ ਦੂਰ ਰਹਿਣ ਲਈ ਕਹਿੰਦਾ ਸੀ ਤੇ ਮੈਂ ਨਿਹਾਲ ਦੀ ਗੱਲ ਇੱਕ ਕੰਨ ਤੋਂ ਸੁਣਦੀ ਸੀ ਅਤੇ ਦੂਜੇ ਕੰਨ ਤੋਂ ਬਾਹਰ ਕੱਢ ਦਿੰਦੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਨਿਹਾਲ ਅਤੇ ਵਿੱਕੀ ਵਿੱਚ ਮਤਰੇਈ ਭਰਾ ਵਾਲਾ ਰਿਸ਼ਤਾ ਸੀ। ਇਸੇ ਲਈ ਨਿਹਾਲ ਨੇ ਮੈਨੂੰ ਵਿੱਕੀ ਤੋਂ ਦੂਰ ਰਹਿਣ ਲਈ ਕਿਹਾ, ਨਹੀਂ ਤਾਂ ਵਿੱਕੀ ਇੱਕ ਛੋਟਾ ਮਾਸੂਮ ਬੱਚਾ ਸੀ ਜਿਸ ਦੀਆਂ ਸ਼ਰਾਰਤਾਂ ਚਿਹਰੇ ਤੇ ਹਾਸਾ ਲੈ ਕੇ ਆਉਂਦੀਆਂ ਸਨ। ਅਤੇ ਫਿਰ ਜਦੋਂ ਮੈਨੂੰ ਇਹ ਖਬਰ ਮਿਲੀ ਕਿ ਮੈਂ ਮਾਂ ਬਣਨ ਵਾਲੀ ਹਾਂ ਤਾਂ ਕਿਰਨ ਆਂਟੀ ਅਤੇ ਵਿੱਕੀ ਸਭ ਤੋਂ ਵੱਧ ਖੁਸ਼ ਸਨ ਅਤੇ ਇੱਕ ਦਿਨ ਮੈਂ ਹੈਰਾਨ ਰਹਿ ਗਈ ਜਦੋਂ ਨਿਹਾਲ ਨੇ ਮੈਨੂੰ ਕਿਰਨ ਆਂਟੀ ਤੋਂ ਕੁਝ ਵੀ ਲੈਣ ਤੋਂ ਸਖਤੀ ਨਾਲ ਮਨਾ ਕਰ ਦਿੱਤਾ। ਮੈਂ ਸੋਚਿਆ ਕਿ ਨਿਹਾਲ ਦੇ ਦਿਲ ਵਿੱਚ ਆਪਣੀ ਮਤਰੇਈ ਮਾਂ ਅਤੇ ਭਰਾ ਲਈ ਇੰਨੀ ਨਫ਼ਰਤ ਕਿਉਂ ਹੈ, ਜਦੋਂ ਉਹ ਦੋਵੇਂ ਨਿਹਾਲ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਸਨ ਅਤੇ ਸਭ ਦੇ ਸਾਹਮਣੇ ਤਾਂ ਨਿਹਾਲ ਵੀ ਉਹਨਾਂ ਦੋਵਾਂ ਨਾਲ ਵਧੀਆ ਰਹਿੰਦਾ ਸੀ, ਪਰ ਪਤਾ ਨਹੀਂ ਉਹ ਮੇਰੇ ਸਾਹਮਣੇ ਅਜਿਹਾ ਕਿਉਂ ਬੋਲਦਾ ਸੀ। ਇੱਕ ਦਿਨ ਵਿੱਕੀ ਅਤੇ ਮੈਂ ਘਰ ਵਿੱਚ ਕ੍ਰਿਕਟ ਖੇਡ ਰਹੇ ਸੀ
ਜਦੋਂ ਮੈਂ ਇੱਕ ਛੱਕਾ ਮਾਰਿਆ ਅਤੇ ਗੇਂਦ ਘਰ ਤੋਂ ਬਾਹਰ ਚਲੀ ਗਈ। ਘਰ ਦੇ ਬਾਹਰ ਮੇਨ ਸੜਕ ਸੀ। ਜਿਵੇਂ ਹੀ ਵਿੱਕੀ ਗੇਂਦ ਨੂੰ ਲੈਣ ਗਿਆ ਤਾਂ ਕੁਝ ਦੇਰ ਬਾਅਦ ਉਸ ਦੀ ਚੀਖ ਸੁਣਾਈ ਦਿੱਤੀ। ਜਦੋਂ ਮੈਂ ਉੱਥੇ ਗਈ ਤਾਂ ਦੇਖਿਆ ਕਿ ਉਹ ਜ਼ਖਮੀ ਸੀ। ਕੋਈ ਕਾਰ ਉਸ ਨੂੰ ਟੱਕਰ ਮਾਰ ਕੇ ਭੱਜ ਗਈ ਸੀ। ਮੈਂ ਕਿਰਨ ਆਂਟੀ ਨੂੰ ਫੋਨ ਕੀਤਾ ਅਤੇ ਐਂਬੂਲੈਂਸ ਨੂੰ ਬੁਲਾਇਆ ਅਤੇ ਵਿੱਕੀ ਨੂੰ ਹਸਪਤਾਲ ਲਿਜਾਇਆ ਗਿਆ, ਪਰ ਗੰਭੀਰ ਸੱਟਾਂ ਲੱਗਣ ਕਾਰਨ ਵਿੱਕੀ ਦੀ ਮੌਤ ਹੋ ਗਈ ਸੀ। ਵਿੱਕੀ ਦੀ ਮੌਤ ਦਾ ਮੈਨੂੰ ਬਹੁਤ ਦੁੱਖ ਹੋਇਆ। ਉਹ ਮੇਰਾ ਇੱਕੋ ਇੱਕ ਦੋਸਤ ਸੀ ਜਿਸ ਨਾਲ ਮੈਂ ਮਸਤੀ ਕਰਦੀ ਸੀ। ਨਿਹਾਲ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਇਸ ਤਰ੍ਹਾਂ ਰੋਣ ਨਾਲ ਸਾਡੇ ਬੱਚੇ ਨੂੰ ਨੁਕਸਾਨ ਹੋਵੇਗਾ। ਕੁਝ ਸਮੇਂ ਬਾਅਦ ਸਭ ਕੁਝ ਆਮ ਰੁਟੀਨ ਵਾਂਗ ਹੋਣ ਲੱਗਾ, ਪਰ ਅਚਾਨਕ ਮੈਨੂੰ ਅਜੀਬ ਸੁਪਨੇ ਆਉਣ ਲੱਗੇ। ਇਸ 'ਚ ਵਿੱਕੀ ਮੌਜੂਦ ਸੀ। ਉਹ ਮੈਨੂੰ ਆਖਦਾ ਸੀ, ਭਾਬੀ ਮੇਰੇ ਕਬਰ ਵਿੱਚ ਤੁਹਾਡੀ ਕੋਈ ਚੀਜ਼ ਹੈ, ਆ ਕੇ ਲੈ ਜਾਓ ਤਾਂ ਮੇਰੀ ਆਤਮਾ ਨੂੰ ਸ਼ਾਂਤੀ ਮਿਲੇ। ਜਦੋਂ ਮੈਂ ਇਹ ਸੁਪਨਾ ਦੇਖਦੀ ਤਾਂ ਇੰਜ ਲੱਗਦਾ ਜਿਵੇਂ ਉਹ ਮੇਰੇ ਕਮਰੇ ਵਿੱਚ ਮੌਜੂਦ ਹੈ ਤੇ ਉਸ ਦੀ ਆਵਾਜ਼ ਗੂੰਜ ਰਹੀ ਹੈ। ਮੈਂ ਅਚਾਨਕ ਅੱਖਾਂ ਖੋਲ੍ਹ ਲਈਆਂ ਪਰ ਕਮਰੇ ਵਿੱਚ ਕੋਈ ਮੌਜੂਦ ਨਹੀਂ ਸੀ। ਪਹਿਲਾਂ ਤਾਂ ਮੈਂ ਇਹ ਸੋਚ ਕੇ ਭੁੱਲ ਗਈ ਕਿ ਉਹ ਮੇਰਾ ਵਹਿਮ ਹੈ, ਪਰ ਫਿਰ ਇਹ ਸੁਪਨਾ ਮੈਨੂੰ ਰੋਜ਼ ਆਉਣ ਲੱਗਾ। ਉਹ ਮੇਰੇ ਸੁਪਨੇ ਵਿੱਚ ਆ ਕੇ ਰੋਂਦਾ ਤੇ ਕਹਿੰਦਾ, ਭਾਬੀ ਮੇਰੀ ਕਬਰ ਖੋਲ ਕੇ ਤੇਰੀ ਉਹ ਕੀਮਤੀ ਚੀਜ਼ ਲੈ ਜਾ, ਨਹੀਂ ਤਾਂ ਮੈਂ ਇਸੇ ਤਰ੍ਹਾਂ ਦੁਖੀ ਰਹਾਂਗਾ। ਮੈਨੂੰ ਵਿੱਕੀ ਨਾਲ ਬਹੁਤ ਪਿਆਰ ਸੀ, ਇਸ ਲਈ ਉਸ ਦੀ ਸਲਾਹ ਮੰਨ ਕੇ ਮੈਂ ਕਬਰਸਤਾਨ ਜਾਣ ਦਾ ਫੈਸਲਾ ਕੀਤਾ ਅਤੇ ਅਗਲੀ ਰਾਤ ਜਦੋਂ ਨਿਹਾਲ ਸੁੱਤਾ ਹੋਇਆ ਸੀ ਤਾਂ ਮੈਂ ਆਪਣੇ ਆਪ ਨੂੰ ਇੱਕ ਵੱਡੀ ਚਾਦਰ ਵਿੱਚ ਲਪੇਟ ਲਿਆ ਅਤੇ ਟਾਰਚ ਆਪਣੇ ਨਾਲ ਲੈ ਕੇ ਘਰੋਂ ਨਿਕਲ ਕੇ ਕਬਰਸਤਾਨ ਪਹੁੰਚ ਗਈ। ਹਨੇਰੇ ਵਿੱਚ ਥੋੜੀ ਖੋਜ ਕਰਨ ਤੋਂ ਬਾਅਦ ਮੈਨੂੰ ਵਿੱਕੀ ਦੀ ਕਬਰ ਤਾਂ ਮਿਲ ਗਈ, ਪਰ ਡਰ ਕਾਰਨ ਮੇਰਾ ਬੁਰਾ ਹਾਲ ਸੀ। ਮੈਂ ਘਰੋਂ ਇੱਕ ਔਜ਼ਾਰ ਵੀ ਲਿਆਈ ਜਿਸ ਨਾਲ ਮੈਂ ਕਬਰ ਪੁੱਟਣੀ ਸ਼ੁਰੂ ਕਰ ਦਿੱਤੀ ਅਤੇ ਜਿਵੇਂ ਹੀ ਕਬਰ ਖੁੱਲ ਕੇ ਮੇਰੇ ਸਾਹਮਣੇ ਆਈ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉੱਥੇ ਕੋਈ ਲਾਸ਼ ਜਾਂ ਕੋਈ ਚੀਜ਼ ਦਬੀ ਹੋਈ ਨਹੀਂ ਸੀ। ਵਿੱਕੀ ਨੂੰ ਇਸ ਕਬਰ ਵਿੱਚ ਦਫਨਾਇਆ ਗਿਆ ਸੀ ਅਤੇ ਕਬਰ ਦੇ ਪੱਥਰ ਉੱਤੇ ਵਿੱਕੀ ਦਾ ਨਾਮ ਵੀ ਲਿਖਿਆ ਹੋਇਆ ਸੀ, ਪਰ ਲਾਸ਼ ਕਬਰ ਵਿੱਚੋਂ ਕਿੱਥੇ ਗਾਇਬ ਹੋ ਸਕਦੀ ਸੀ। ਮੈਂ ਇਹ ਸੋਚ ਹੀ ਰਹੀ ਸੀ ਕਿ ਕਿਸੇ ਨੇ ਮੈਨੂੰ ਧੱਕਾ ਦੇ ਦਿੱਤਾ ਤੇ ਮੈਂ ਸਿੱਧੀ ਕਬਰ ਵਿੱਚ ਜਾ ਡਿੱਗੀ ਤੇ ਫਿਰ ਇੰਜ ਲੱਗਾ ਜਿਵੇਂ ਮੇਰੀਆਂ ਲੱਤਾਂ ਦੀ ਜਾਨ ਨਿਕਲ ਗਈ ਹੋਵੇ। ਵਿੱਕੀ ਤੇ ਕਿਰਨ ਆਂਟੀ ਕਬਰ ਦੇ ਉੱਪਰ ਖਲੋ ਕੇ ਮੁਸਕਰਾ ਰਹੇ ਸਨ ਤੇ ਫਿਰ ਉਹ ਮੇਰੇ ਤੇ ਮਿੱਟੀ ਪਾਉਣ ਲੱਗ ਪਏ ਤੇ ਇਸ ਤੋਂ ਪਹਿਲਾਂ ਕਿ ਉਹ ਮੈਨੂੰ ਦਫਨਾ ਦਿੰਦੇ ਬਹੁਤ ਸਾਰੇ ਲੋਕਾਂ ਦੇ ਪੈਦਲ ਚੱਲਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਫਿਰ ਇੱਕ ਫਾਇਰ ਹੋਣ ਤੋਂ ਬਾਅਦ ਬਹੁਤ ਸਾਰੀਆਂ ਟਾਰਚ ਆਨ ਹੋਈਆਂ ਅਤੇ ਕਦਮਾਂ ਦੀਆਂ ਆਵਾਜ਼ਾਂ ਪੁਲਿਸ ਦੀਆਂ ਸਨ ਜਿਨ੍ਹਾਂ ਨੂੰ ਨਿਹਾਲ ਆਪਣੇ ਨਾਲ ਲੈ ਕੇ ਆਇਆ ਸੀ। ਨਿਹਾਲ ਨੇ ਝੱਟ ਮੈਨੂੰ ਕਬਰ ਵਿੱਚੋਂ ਕੱਢ ਲਿਆ। ਮੈਂ ਬੇਹੋਸ਼ ਹੋ ਗਈ ਸੀ। ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਹਸਪਤਾਲ ਵਿੱਚ ਮੌਜੂਦ ਸੀ ਅਤੇ ਨਿਹਾਲ ਮੇਰੇ ਨਾਲ ਬੈਠਾ ਸੀ। ਨਿਹਾਲ ਨੂੰ ਦੇਖ ਕੇ ਮੈਨੂੰ ਥੋੜੀ ਰਾਹਤ ਮਹਿਸੂਸ ਹੋਈ। ਕੱਲ ਦੀ ਘਟਨਾ ਮੇਰੇ ਧਿਆਨ ਵਿੱਚ ਆਈ ਅਤੇ ਮੈਂ ਨਿਹਾਲ ਨੂੰ ਇਸ ਬਾਰੇ ਪੁੱਛਿਆ। ਨਿਹਾਲ ਨੇ ਦੱਸਿਆ ਕਿ ਮੈਂ ਹਮੇਸ਼ਾ ਕਿਰਨ ਨੂੰ ਆਪਣੀ ਮਾਂ ਸਮਝਦਾ ਸੀ, ਪਰ ਉਸਨੇ ਆਪਣੇ ਘਰ 'ਚ ਕਾਲਾ ਜਾਦੂ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਦਾ ਦੂਜਾ ਸ਼ਿਕਾਰ ਮੇਰੇ ਪਿਤਾ ਬਣੇ ਅਤੇ ਫਿਰ ਹੌਲੀ-ਹੌਲੀ ਉਸ ਦੇ ਰਾਹ 'ਚ ਆਉਣ ਵਾਲੇ ਸਾਰੇ ਲੋਕ ਉਸ ਦਾ ਸ਼ਿਕਾਰ ਬਣਦੇ ਗਏ। ਤੁਹਾਡਾ ਪਿਤਾ ਉਸ ਦਾ ਪਹਿਲਾ ਸ਼ਿਕਾਰ ਬਣਿਆ। ਇਹ ਕਿਰਨ ਹੀ ਸੀ ਜਿਸ ਨੇ ਤੇਰੀ ਮਾਂ ਦੀਆਂ ਡਾਂਸਿੰਗ ਵੀਡੀਓਜ਼ ਤੇ ਕੁਝ ਫੋਟੋਆਂ ਭੇਜੀਆਂ ਸਨ ਤੇ ਫਿਰ ਕਾਲਾ ਜਾਦੂ ਕਰਕੇ ਤੇਰੀ ਮਾਂ ਲਈ ਤੇਰੇ ਪਿਤਾ ਦੇ ਦਿਲ ਨਫ਼ਰਤ ਭਰ ਦਿੱਤੀ ਸੀ। ਜਦੋਂ ਮੈਨੂੰ ਇਸ ਸਭ ਬਾਰੇ ਪਤਾ ਲੱਗਾ ਤਾਂ ਮੈਨੂੰ ਕਿਰਨ ਲਈ ਨਫ਼ਰਤ ਮਹਿਸੂਸ ਹੋਈ ਅਤੇ ਤੁਹਾਡੀ ਮਾਂ ਲਈ ਬਹੁਤ ਦੁੱਖ ਹੋਇਆ। ਮੈਂ ਕਿਰਨ ਨੂੰ ਕਿਹਾ ਕਿ ਜਾਂ ਤਾਂ ਆਪਣੀਆਂ ਗਲਤੀਆਂ ਸੁਧਾਰੇ, ਨਹੀਂ ਤਾਂ ਮੈਂ ਪੁਲਿਸ ਨੂੰ ਉਸ ਦੇ ਖਿਲਾਫ ਬਿਆਨ ਦੇਵਾਂਗਾ ਅਤੇ ਫਿਰ ਮੇਰੀ ਮਤਰੇਈ ਮਾਂ ਡਰ ਗਈ। ਉਸਨੇ ਪੁੱਛਿਆ, ਦੱਸੋ ਤੁਸੀਂ ਕੀ ਚਾਹੁੰਦੇ ਹੋ? ਅਤੇ ਫਿਰ ਮੈਂ ਤੁਹਾਨੂੰ ਵਿਆਹ ਲਈ ਪ੍ਰਸਤਾਵ ਦਿੱਤਾ। ਮੈਂ ਘੱਟੋ ਘੱਟ ਤੇਰੇ ਨਾਲ ਵਿਆਹ ਕਰਵਾ ਕੇ ਤੈਨੂੰ ਇਸ ਨਰਕ ਤੋਂ ਬਚਾਉਣਾ ਚਾਹੁੰਦਾ ਸੀ। ਮੇਰੀ ਮਤਰੇਈ ਮਾਂ ਕਿਰਨ ਮੇਰਾ ਵਿਆਹ ਤੁਹਾਡੇ ਨਾਲ ਨਹੀਂ ਕਰਵਾਉਣਾ ਚਾਹੁੰਦੀ ਸੀ, ਪਰ ਉਹ ਮੇਰੀ ਜਿੱਦ ਨੂੰ ਮੰਨਣ ਲਈ ਮਜਬੂਰ ਹੋ ਗਈ। ਫਿਰ ਤੇਰੀ ਮਤਰੇਈ ਮਾਂ ਨੇ ਖੁਦ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ, ਪਰ ਮੈਂ ਫਿਰ ਵੀ ਹਿੰਮਤ ਨਹੀਂ ਹਾਰੀ। ਮੈਂ ਅਜੇ ਵੀ ਤੁਹਾਡੇ ਨਾਲ ਵਿਆਹ ਕਰਨ ਦੀ ਉਡੀਕ ਕਰ ਰਿਹਾ ਸੀ। ਕਿਸੇ ਨਾ ਕਿਸੇ ਤਰ੍ਹਾਂ ਮੈਂ ਤੁਹਾਨੂੰ ਉਸ ਨਰਕ ਵਿੱਚੋਂ ਕੱਢਣਾ ਚਾਹੁੰਦਾ ਸੀ, ਪਰ ਇੱਕ ਦਿਨ ਰੱਬ ਨੇ ਆਪ ਹੀ ਮੇਰੀ ਗੱਲ ਸੁਣ ਲਈ ਅਤੇ ਵੇਖੋ ਤੇਰਾ ਤੇ ਮੇਰਾ ਵਿਆਹ ਹੋ ਗਿਆ। ਮੈਂ ਤੁਹਾਨੂੰ ਇਹਨਾਂ ਦੋਵਾਂ ਤੋਂ ਦੂਰ ਰਹਿਣ ਲਈ ਕਿਹਾ ਸੀ ਕਿਉਂਕਿ ਕਿਰਨ ਨੇ ਵਿੱਕੀ ਨੂੰ ਵੀ ਆਪਣੇ ਵਰਗਾ ਬਣਾ ਲਿਆ ਸੀ। ਤੁਸੀਂ ਮੇਰੀ ਸਲਾਹ ਮੰਨੀ ਅਤੇ ਕਿਰਨ ਦੁਆਰਾ ਦਿੱਤਾ ਗਿਆ ਕੁਝ ਨਹੀਂ ਖਾਧਾ, ਇਸ ਲਈ ਤੁਸੀਂ ਅਤੇ ਸਾਡਾ ਬੱਚਾ ਸੁਰੱਖਿਅਤ ਹੋ। ਜਦੋਂ ਮੇਰੀ ਮਤਰੇਈ ਮਾਂ ਨੂੰ ਪਤਾ ਲੱਗਾ
ਕਿ ਤੁਸੀਂ ਮਾਂ ਬਣਨ ਵਾਲੇ ਹੋ ਤਾਂ ਉਸਦੇ ਹੱਥਾਂ ਪੈਰ ਠੰਡੇ ਹੋ ਗਏ। ਉਹ ਕੋਈ ਨਵਾਂ ਬਾਰਿਸ਼ ਨਹੀਂ ਚਾਹੁੰਦੀ ਸੀ ਤੇ ਤੇਰੇ ਅਤੇ ਮੇਰੇ ਹਿੱਸੇ ਦੀ ਸਾਰੀ ਦੌਲਤ ਵੀ ਆਪਣੇ ਹਿੱਸੇ ਕਰਵਾਉਣਾ ਚਾਹੁੰਦੀ ਸੀ। ਇਸੇ ਲਈ ਉਸਨੇ ਵਿੱਕੀ ਦੀ ਮੌਤ ਦਾ ਖੇਡ ਰਚਿਆ ਅਤੇ ਤੁਹਾਡੇ ਸੌਣ ਤੋਂ ਬਾਅਦ ਵਿੱਕੀ ਤੁਹਾਡੇ ਕਮਰੇ ਵਿੱਚ ਜਾ ਕੇ ਅਜੀਬ ਜਿਹੀਆਂ ਆਵਾਜ਼ਾਂ ਵਿੱਚ ਬੋਲਦਾ ਸੀ, ਜਿਸ ਨਾਲ ਤੁਹਾਨੂੰ ਲੱਗਦਾ ਸੀ ਕਿ ਤੁਸੀਂ ਸੁਪਨੇ ਦੇਖ ਰਹੇ ਹੋ। ਅਸਲ ਵਿੱਚ ਇਹ ਕੋਈ ਸੁਪਨਾ ਨਹੀਂ ਸੀ, ਸਗੋਂ ਅਸਲ ਵਿੱਚ ਇਹ ਵਿੱਕੀ ਬੋਲ ਰਿਹਾ ਹੁੰਦਾ ਸੀ ਅਤੇ ਕਿਤੇ ਤੁਹਾਡੇ ਕਮਰੇ ਵਿੱਚ ਲੁਕਿਆ ਹੋਇਆ ਹੁੰਦਾ, ਜਿਸ ਨਾਲ ਤੁਹਾਨੂੰ ਕਿਸੇ ਸੁਪਨੇ ਦਾ ਵਹਿਮ ਹੁੰਦਾ। ਉਨੀ ਦਿਨੀ ਮੈਂ ਤੁਹਾਡੇ ਨਾਲ ਨਹੀਂ ਸੀ ਕਿਉਂਕਿ ਮੈਂ ਕੰਮ ਲਈ ਬਾਹਰ ਗਿਆ ਹੋਇਆ ਸੀ। ਮੈਂ ਉਹਨਾਂ ਦੀ ਯੋਜਨਾ ਪਹਿਲਾਂ ਹੀ ਸੁਣ ਲਈ ਸੀ। ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ। ਫਿਰ ਮੈਂ ਕਿਰਨ ਨੂੰ ਰੰਗੇ ਹੱਥੀ ਫੜਨ ਦੀ ਯੋਜਨਾ ਤਿਆਰ ਕੀਤੀ ਅਤੇ ਤੈਨੂੰ ਕਬਰਸਤਾਨ ਆਉਣ ਲਈ ਕਿਹਾ। ਵਿੱਕੀ ਦੀ ਕਬਰ ਵਿੱਚ ਦੱਬ ਕੇ ਕਿਰਨ ਤੇਰਾ ਤੇ ਮੇਰਾ ਚੈਪਟਰ ਹਮੇਸ਼ਾ ਲਈ ਖਤਮ ਕਰਨਾ ਚਾਹੁੰਦੀ ਸੀ, ਪਰ ਮੈਂ ਉਸ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਅਤੇ ਹੁਣ ਮਾਂ ਪੁੱਤ ਦੋਵੇਂ ਪੁਲਿਸ ਹਿਰਾਸਤ ਵਿੱਚ ਹਨ। ਮੈਂ ਨਿਹਾਲ ਦਾ ਹੱਥ ਮਜ਼ਬੂਤੀ ਨਾਲ ਫੜਿਆ ਕਿਉਂਕਿ ਮੈਨੂੰ ਸਬਰ ਦਾ ਫਲ ਮਿਲ ਗਿਆ ਸੀ ਜੋ ਨਿਹਾਲ ਵਰਗੇ ਚੰਗੇ ਜੀਵਨ ਦੇ ਰੂਪ ਵਿੱਚ ਸੀ। ਮੈਂ ਸੁਣਿਆ ਕਿ ਮੇਰੇ ਪਿਤਾ ਜੀ ਨੂੰ ਪਾਗਲਪਨ ਦੇ ਦੌਰੇ ਪੈਣ ਲੱਗ ਪਏ ਸਨ। ਉਸ ਨੇ ਅਜਿਹਾ ਜੁਰਮ ਕੀਤਾ ਸੀ ਜਿਸ ਦਾ ਉਸਦੇ ਮਨ ਤੇ ਅਸਰ ਪਿਆ ਸੀ। ਗੁਆਂਢੀਆਂ ਨੇ ਉਹਨਾਂ ਨੂੰ ਪਾਗਲਖਾਨੇ ਵਿੱਚ ਛੱਡ ਦਿੱਤਾ ਹੈ। ਮੈਂ ਆਪਣੇ ਭਰਾ ਸੁਫਿਆਨ ਨੂੰ ਆਪਣੇ ਨਾਲ ਲੈ ਆਈ ਅਤੇ ਫਿਰ ਨਿਹਾਲ ਤੋਂ ਆਗਿਆ ਲੈ ਕੇ ਮੈਂ ਆਪਣੀ ਮਾਂ ਨੂੰ ਵੀ ਆਪਣੇ ਨਾਲ ਰੱਖ ਲਿਆ। ਥੋੜੀ ਦੇਰ ਬਾਅਦ ਮੇਰੀ ਗੋਦ ਵਿੱਚ ਇੱਕ ਛੋਟੀ ਪਰੀ ਸੀ ਜਿਸ ਨੇ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਸੀ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿਵੇਂ ਲੱਗੀ? ਕਿਰਪਾ ਕਰਕੇ ਮੈਨੂੰ ਦੱਸੋ ਕਿ ਤੁਹਾਨੂੰ ਇਹ ਪਸੰਦ ਆਈ। ਹਰ ਰੋਜ਼ ਨਵੀਂ ਕਹਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅੰਤ ਤੱਕ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।